ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਹਾਂ ਇੰਦਰਜੀਤ। ਸਾਡੇ ਅੱਜ ਦੇ ਪ੍ਰੋਗਰਾਮ ਖਰੀਆਂ ਖਰੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਦੀਪਕ ਭੰਡਾਰੀ ਜੀ। ਭੰਡਾਰੀ ਸਾਹਿਬ ਨਮਸਕਾਰ ਜੀ। ਨਮਸਕਾਰ ਜੀ। ਭੰਡਾਰੀ ਸਾਹਿਬ, ਸੀਬੀਆਈ ਨੇ ਪੂਰੇ ਪੰਜਾਬ ਦੇ ਵਿੱਚ ਐਫਸੀਆਈ ਦੇ ਦਫ਼ਤਰਾਂ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਠਿਕਾਣਿਆਂ ਤੇ ਰੇਡ ਮਾਰੀ ਇੱਕ। ਹਾਂ, ਮੈਂ ਪ੍ਰਿੰਸ ਪਹਿਲੇ ਸਭ ਤੁਹਾਡੇ ਸਵਾਲ ਦਾ ਪਹਿਲੇ ਜਵਾਬ ਦਿਆਂ। ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ। ਅੱਜ ਚੌਧਰੀ ਸੰਤੋਖ ਸਿੰਘ ਨੇ ਜਿਹੜੇ ਕਿ ਐਮਪੀ ਵੀ ਨੇ, ਸਾਬਕਾ ਮੰਤਰੀ ਵੀ ਰਹਿ ਚੁੱਕੇ ਨੇ, ਉਹਨਾਂ ਦਾ ਅੱਜ ਦੁਖਦ ਜਿਹੜਾ ਉਹਨਾਂ ਦੀ ਮੌਤ ਹੋ ਗਈ ਹੈ। ਅਸੀਂ ਪਰਿਵਾਰ ਨਾਲ ਸੰਵੇਦਨਾ ਵਿਅਕਤ ਕਰਦੇ ਹਾਂ। ਉਹਨਾਂ ਨੂੰ ਕਿਹਾ ਜਾ ਰਿਹਾ ਕਿ ਦਿਲ ਦਾ ਦੌਰਾ ਪਿਆ ਸੀਗਾ। ਭਾਰਤ ਜੋੜੋ ਯਾਤਰਾ ਦੇ ਵਿੱਚ ਉਹ ਸ਼ਾਮਲ ਹੋ ਸੀਗੇ। ਇੱਕ ਵੀਡੀਓ ਵੀ ਸਾਹਮਣੇ ਆ ਰਿਹਾ ਜਿਹਦੇ ਵਿੱਚ ਦਿਖ ਰਿਹਾ ਕਿ ਜਦੋਂ ਰਾਹੁਲ ਗਾਂਧੀ ਨਾਲ ਤੁਰ ਰਹੇ ਹੁੰਦੇ ਅਚਾਨਕ ਉਹਨਾਂ ਦੇ ਸੀਨੇ 'ਚ ਦਰਦ ਹੁੰਦੇ, ਉਹਨਾਂ ਨੂੰ ਹਸਪੀਟਲ ਲੈ ਕੇ ਜਾਇਆ ਜਾਂਦਾ ਅਤੇ ਉੱਥੇ ਉਹਨਾਂ ਦੀ ਮੌਤ ਹੋ ਜਾਂਦੀ। ਹੁਣ ਉਹਦੇ ਪਰਿਵਾਰ ਦੇ ਜਿਹੜੇ ਸਦੱਸਿਆ ਹੈ ਉਹਨਾਂ ਨੇ ਆਰੋਪ ਲਾ ਰਹੇ ਹੈ ਵੀ ਡਾਕਟਰਾਂ ਦੀ ਅਣਗਹਿਲੀ ਨਾਲ ਮੇਰੇ ਫਾਦਰ ਦੀ ਜਿਹੜੀ ਡੈਥ ਹੋਈ ਹੈ, ਪਰ ਕੋਈ ਵੀ ਡਾਕਟਰ ਨਹੀਂ ਚਾਹੁੰਦਾ ਕਿ ਮੇਰਾ ਮਰੀਜ਼ ਮਰ ਜਾਏ। ਪਰ ਚੌਧਰੀ ਸੰਤੋਖ ਸਿੰਘ ਤੇ ਆਪਣੇ ਆਪ 'ਚ ਇੱਕ ਹਸਤੀ ਸੀਗੇ, ਇੱਕ ਕਹਿੰਦੇ ਵੀ ਚਲਦੀ ਫਿਰਦੀ ਇੱਕ ਮਿਸਾਲ ਸੀਗੇ ਪੂਰੀ। ਉਹਨਾਂ ਦਾ ਪਰਿਵਾਰ ਕੋਈ ਛੋਟਾ ਪਰਿਵਾਰ ਨਹੀਂ। ਉਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਜਿਹੜੇ ਪਿਤਾ ਹੈ ਉਹ ਵੀ ਜਿਹੜੇ ਹੈ ਬਹੁਤ ਵੱਡੇ ਲੀਡਰ ਰਹਿ ਚੁੱਕੇ ਹੈ। ਉਹਨਾਂ ਦੇ ਭਾਈ ਜਿਹੜੇ ਚੌਧਰੀ ਜਗਜੀਤ ਸਿੰਘ ਉਹ ਵੀ ਮੰਤਰੀ ਰਹਿ ਚੁੱਕੇ, ਹਾਲਾਂਕਿ ਉਹਨਾਂ ਦੀ ਵੀ ਮੌਤ ਹੋਈ। ਉਹਨਾਂ ਦਾ ਬੇਟਾ ਜਿਹੜਾ ਵਿਕਰਮ ਚੌਧਰੀ ਜਿਹੜਾ ਉਹ ਇਸ ਵੇਲੇ ਉਹ ਵੀ MLA। ਇਸ ਕਰਕੇ ਸਾਡੀਆਂ ਉਸ ਪਰਿਵਾਰ ਦੇ ਨਾਲ ਸੰਵੇਦਨਾਵਾਂ ਹੈ। ਅਤੇ ਹੁਣ ਮੈਂ ਆਵਾਂਗਾ ਤੁਹਾਡੇ ਉਸ ਸਵਾਲ ਦੇ ਜਵਾਬ ਦੇ ਉੱਤੇ ਜਿੱਥੇ ਤੁਸੀਂ ਦੱਸਿਆ ਵੀ ਪੁੱਛਿਆ ਵੀ FCI ਦੇ ਠਿਕਾਣਿਆਂ 'ਤੇ CBI ਨੇ ਛਾਪਾਮਾਰੀ ਕੀਤੀ ਹੈ। ਸੁਣ ਕੇ ਹੈਰਾਨ ਹੋ ਗਏ। ਇੱਕ ਨਾ ਕਹਿੰਦੇ ਆਰਗੇਨਾਈਜ਼ਡ ਕ੍ਰਾਈਮ ਚੱਲ ਰਿਹਾ ਸੀ FCI ਦੇ ਵਿੱਚ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਸਰਕਾਰ ਇੰਨੇ ਇਹਨਾਂ ਨੂੰ ਪੈਸੇ ਦਿੰਦੀ ਹੈ, ਇੰਨੇ ਤਨਖਾਹਾਂ ਦਿੰਦੀ ਹੈ, ਸਾਰੇ ਭੱਤੇ ਲੈਂਦੇ ਨੇ, ਇਹਦੇ ਬਾਵਜੂਦ ਇਹ ਚੋਰੀ ਚਕਾਰੀ ਕਰਨੋਂ ਬਾਤ ਨਹੀਂ ਆਉਂਦੇ। ਤੁਸੀਂ ਜਾਣ ਕੇ ਹੈਰਾਨ ਹੋਵੋਗੇ, ਇੱਕ CBI ਵੱਲੋਂ ਇੱਕ ਆਪਰੇਸ਼ਨ ਚਲਾਇਆ ਗਿਆ, ਆਪਰੇਸ਼ਨ ਕਣਕ, ਵੀ ਕਿਸ ਤਰ੍ਹਾਂ ਇਹ ਪਹਿਲੇ ਮੰਡੀਆਂ 'ਚੋਂ ਵਧੀਆ ਅਨਾਜ ਖਰੀਦਦੇ ਨੇ, ਗੋਦਾਮਾਂ 'ਚ ਭੇਜਦੇ ਨੇ, ਪੈਸਿਆਂ ਦੀ ਖਾਤਰ ਇਹ ਫਿਰ ਜਿਹੜੇ FCI ਦੇ ਗੋਦਾਮਾਂ ਦੇ ਵਿੱਚ ਸਮਾਨ ਜਾਂਦਾ ਉੱਥੇ ਜਿਹੜੀ ਮਿਕਸਿੰਗ ਕਰਕੇ ਘਟੀਆ ਜਿਹੜਾ ਅਨਾਜ ਉੱਥੇ ਪਹੁੰਚਾਤਾ ਜਾਂਦਾ। ਤੁਹਾਨੂੰ ਇਹ ਵੀ ਦੇਖੋ ਬਹੁਤ ਸਾਰੀਆਂ ਰਿਪੋਰਟਾਂ ਆਉਂਦੀਆਂ ਵੀ ਕੁਝ ਸਾਲਾਂ ਦੇ ਬਾਅਦ ਇਹ ਰਿਪੋਰਟ ਆ ਜਾਂਦੀ ਹੈ ਵੀ ਗੋਦਾਮਾਂ 'ਚ ਪਿਆ ਅਨਾਜ ਸੜ ਗਿਆ। ਸੜ ਨਹੀਂ ਗਿਆ, ਇਹਨਾਂ ਨੂੰ ਕੋੜ ਪੈ ਗਿਆ। ਜਿਹੜੇ ਅਧਿਕਾਰੀ ਜਿਹੜੇ ਚੋਰੀ ਕਰਨੋਂ ਬਾਜ ਨਹੀਂ ਆਉਂਦੇ ਆ। ਹੁਣ ਤੁਸੀਂ ਦੇਖੋ ਹਰ ਟਰੱਕ ਦੇ ਵਿੱਚ 4000 ਰੁਪਏ ਦੀ ਜਿਹੜੀ ਹੈ ਵਸੂਲੀ ਕੀਤੀ ਜਾਂਦੀ ਸੀ ਤੇ ਹਰ ਬੰਦਾ ਇਹਨੂੰ ਵੰਡਦਾ ਸੀ। ਥੱਲਿਓਂ ਲੈ ਕੇ ਉੱਤੇ ਤੱਕ ਪੈਸਾ ਜਾਂਦਾ ਸੀਗਾ ਵੀ ਹਰ ਬੰਦੇ ਦੇ ਪੈਸੇ ਫਿਕਸ ਸੀਗੇ। ਤੁਸੀਂ ਮਤਲਬ ਮੈਂ ਆਪ ਹੈਰਾਨ ਹੈ ਸੁਣ ਵੇਖ ਕੇ ਵੀ ਜਿਵੇਂ ਇਹ ਚੋਰੀ ਚਕਾਰੀ ਕਰਦੇ ਆ ਵੀ ਇਹ ਸਮਝਦੇ ਵੀ ਸਾਡੀ ਕਦੀ ਸਮਝ ਨਹੀਂ ਪਤਾ ਹੀ ਨਹੀਂ ਲੱਗਣਾ ਵੀ ਰੱਬ ਨੇ ਵੀ ਅੱਖਾਂ ਬੰਦ ਕੀਤੀਆਂ ਸਾਡੇ ਲਈ ਤੇ ਸਭ ਨੇ ਦੂਜਿਆਂ ਨੇ ਅੱਖਾਂ ਬੰਦ ਕੀਤੀਆਂ। ਪਰ CBI ਦੀ ਨਜ਼ਰ ਇਹਨਾਂ ਤੇ ਸੀਗੇ। 35 ਅਧਿਕਾਰੀਆਂ ਤੇ ਜਿਹੜੇ ਮੌਜੂਦਾ ਨੇ ਇਸ ਵੇਲੇ 34 ਅਧਿਕਾਰੀ ਉਹ ਤੇ ਜਿਹੜੇ 3 ਐਸੇ ਜਿਹੜੇ ਰਿਟਾਇਰ ਹੋ ਚੁੱਕੇ ਆ, ਉਹਨਾਂ ਨੂੰ CBI ਨੇ ਇਹਦੇ ਦੇ ਵਿੱਚ ਜਿਹੜਾ ਆਰੋਪੀ ਬਣਾਇਆ। ਤੇ ਆਪਰੇਸ਼ਨ ਕਣਕ ਪਿਛਲੇ 6 ਮਹੀਨਿਆਂ ਤੋਂ CBI ਤੇ ਕੰਮ ਕਰ ਰਹੀ ਸੀਗੀ। 4000 ਜਿਵੇਂ ਜਾਂਦਾ ਸੀ, ਤੁਸੀਂ ਮੈਂ ਤੁਹਾਨੂੰ ਦੱਸਦਾ ਵੀ ਕਿਸ ਤਰ੍ਹਾਂ 100 ਰੁਪਇਆ ਮੁਨੀਮ ਦਾ, 1000 ਰੁਪਇਆ ਜਿਹਨੇ ਕੁਆਲਿਟੀ ਕੰਟਰੋਲ ਮੈਨੇਜਰ ਆ ਉਹਨੂੰ ਜਿਹਨੇ ਕੁਆਲਿਟੀ ਚੈੱਕ ਕਰਨੀ ਵੀ ਅਨਾਜ ਦੀ ਕੁਆਲਿਟੀ ਕੀ ਹੈ, ਉਹਦਾ ਵੀ ਮੂੰਹ ਨੋਟਾਂ ਨਾਲ ਬੰਦ ਕਰ ਦਿੱਤਾ ਜਾਂਦਾ ਸੀ। 1050 ਰੁਪਏ ਅੱਜ ਜਾਂਦੇ ਆ ਅਧਿਕਾਰੀਆਂ ਨੂੰ, ਜਿਹਨੂੰ ਸੈਂਟਰਲ ਪੂਲ ਕਿਹਾ ਜਾਂਦਾ ਹੈ ਵੀ ਸੈਂਟਰ ਦੇ ਬੰਦੇ ਵੀ ਵਿੱਚ ਸ਼ਾਮਲ ਸੀਗੇ। 1600-1700 ਰੁਪਏ ਤੱਕ ਤਕਨੀਕੀ ਸਹਾਇਕ ਜਿਹੜਾ ਹੈਗਾ ਉਹ ਆਪ ਰੱਖਦਾ ਸੀਗਾ। 200 ਰੁਪਏ ਲੋਕਲ ਜਿਹੜੇ ਫੁਟਕਲ ਖਰਚੇ ਉਹਦੇ ਲਈ ਵੀ ਰੱਖੇ ਜਾਂਦੇ ਸੀਗੇ। ਦੇਖੋ ਚੋਰੀ ਦਾ ਮਾਲ ਤੇ ਡਾਂਗਾ ਤੇ ਗੱਜ। 200 ਰੁਪਏ ਜਨਰਲ ਮੈਨੇਜਰ ਨੂੰ, 50-50 ਰੁਪਏ ਡਿਪਟੀ ਜਨਰਲ ਮੈਨੇਜਰ ਨੂੰ, 20 ਰੁਪਏ ਲੈਬੋਰਟਰੀ 'ਚ ਜਿਹੜਾ ਕਹਿੰਦਾ ਵੀ ਰਿਸਰਚ ਅਫਸਰ ਸੀਗਾ ਉਹਨੂੰ ਦਿੱਤਾ ਜਾਂਦਾ ਸੀ। 100 ਰੁਪਇਆ ਐਗਜ਼ੀਕਿਊਟਿਵ ਡਾਇਰੈਕਟਰ ਜਾਂ ਹੈੱਡਕੁਆਟਰ ਜਿਹੜਾ ਖਰਚ ਉਹਨੂੰ ਵੀ ਦੇਣੇ, ਉਹਨਾਂ ਦੇ ਵੀ ਪੈਸੇ ਰੱਖੇ ਜਾਂਦੇ ਸੀ ਉਹਨਾਂ ਨੂੰ। ਤੇ 400 ਰੁਪਇਆ ਚੰਡੀਗੜ੍ਹ ਆਫਿਸ ਦੇ ਵਿੱਚ ਇੱਕ AGM ਸੀਗਾ ਸੁਕਾਂਤਾ ਜੈਨਾ, ਉਹ ਆਪ ਰੱਖਦਾ ਸੀਗਾ। ਤੇ ਤੁਸੀਂ ਇਹ ਦੇਖ ਸਕਦੇ ਹੋ ਵੀ ਕਿੱਥੋਂ ਦਾ ਭਲਾ ਹੋਣਾ ਹੈ ਵੀ ਇੱਕ ਬੰਨੇ ਤੇ ਸਰਕਾਰ ਕਰਜ਼ਾ ਲੈ ਕੇ ਤੇ ਸਾਰੇ ਕੰਮ ਕਰਦੀ ਹੈ ਤੇ ਦੂਜੇ ਬੰਨੇ ਇਹ ਅਧਿਕਾਰੀ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। ਇਹਨਾਂ ਦੀਆਂ ਤੇ ਸੰਪੱਤੀਆਂ ਜਿਹੜੀਆਂ ਜਾਇਦਾਦਾਂ ਜਿਹੜੀਆਂ ਜ਼ਬਤ ਹੋਣੀਆਂ ਚਾਹੀਦੀਆਂ, ਇਹਨਾਂ ਨੂੰ ਨੌਕਰੀ ਤੋਂ ਡਿਸਮਿਸ ਕਰ ਦੇਣਾ ਚਾਹੀਦਾ ਕਿਉਂਕਿ ਇਹਨਾਂ ਦੇ ਹੱਥ ਬਹੁਤ ਲੰਬੇ ਨੇ। ਇਹ ਵੱਡੇ ਜਿਹੜੇ ਕਾਨੂੰਨ ਦੇ ਮਾਹਿਰ ਨੇ ਉਹਨਾਂ ਦੀ ਸਹਾਇਤਾ ਨਾਲ, ਲਚੀਲੇ ਕਾਨੂੰਨਾਂ ਦੀ ਕਰਕੇ ਇਹ ਬਚ ਜਾਂਦੇ ਨੇ। ਤੁਸੀਂ ਦੇਖੋ ਫੂਡ ਸਪਲਾਈ ਵਾਲੇ ਜਿਹੜੇ ਆ 97 CBI ਨੇ ਛਾਪੇ ਮਾਰੇ ਤੇ 90 ਜਿਹੜੇ ਆ ਅਧਿਕਾਰੀ ਉਹ ਪੰਜਾਬ ਨਾਲ ਜੁੜੇ ਨੇ ਵੀ ਕਿਸ ਤਰ੍ਹਾਂ ਥੱਲਿਓਂ ਲੈ ਕੇ ਪੈਸਾ ਉੱਪਰ ਤੱਕ ਜਾਂਦਾ ਸੀ। ਆਰਗੇਨਾਈਜ਼ਡ ਕ੍ਰਾਈਮ ਕੀਤਾ ਜਾ ਰਿਹਾ ਸੀਗਾ। ਮਤਲਬ ਹੱਦ ਆ
ਇੱਕ ਬੰਨੇ ਕਿਹਾ ਜਾ ਰਿਹਾ ਵੀ ਦੇਸ਼ ਸਾਡਾ ਗਰੀਬ ਹੋ ਰਿਹਾ ਤੇ 81 ਕਰੋੜ ਬੰਦਿਆਂ ਨੂੰ ਮੁਫਤ ਰਾਸ਼ਨ ਦੇਣ ਦੀ ਗੱਲ ਕੀਤੀ ਜਾਂਦੀ, ਤਾਂ ਦੂਜੇ ਪਾਸੇ ਉਹ ਇਹ ਅਧਿਕਾਰੀ ਨੇ ਜਿਹੜੇ ਕਿ ਦੇਸ਼ ਨੂੰ ਦੀਮਕ ਵਾਂਗੂ ਚੱਟ ਰਹੇ ਨੇ ਜੀ। ਹੁਣ ਜਿਹਦੀ ਮੈਂ ਤੁਹਾਨੂੰ ਗੱਲ ਦੱਸੀ ਹੈ, ਸੁਕਾਂਤਾ ਜਿਹੜਾ ਇਹਦਾ ਸਰਗਨਾ ਬਣਾਇਆ ਸੀਗਾ, ਇਹ ਚੰਡੀਗੜ੍ਹ ਬਹਿੰਦਾ ਜੇ, AGM ਹੈ ਤੇ CBI ਦੇ ਜਿਹੜੀ ਹੈ ਉਹਦੀ ਰਿਪੋਰਟ ਦੇ ਮੁਤਾਬਕ ਇਹ ਸਹਾਇਕ ਨਿਸ਼ਾਂਤ ਬੈਰੀਆ ਹੈਗਾ ਤੇ ਉਹਦੇ ਮਾਧਿਅਮ ਨਾਲ ਇਹ ਵਸੂਲੀ ਕਰਦਾ ਸੀਗਾ। ਤੇ ਹੁਣ CBI ਨੇ ਸਖਤ ਤਾਂ ਹੋਈ ਹੈ, ਹੁਣ ਲੋਕਾਂ ਦੀਆਂ ਵੀ ਨਜ਼ਰਾਂ ਇਹ ਟਿਕ ਗਈਆਂ ਵੀ ਕੀ ਇਹ ਜੀ CBI ਉਹਨਾਂ ਸ਼ੈਲਰਾਂ ਵਾਲੇ ਤੇ ਵੀ ਛਾਪਾਮਾਰੀ ਕਰੇਗੀ ਜਿਨ੍ਹਾਂ ਨਾਲ ਵਾਲੇ ਮਿਲੀ ਭਗਤ ਕਰਦੇ ਸੀਗੇ, ਉਹ ਗੋਦਾਮ ਮਾਲਕਾਂ ਨਾਲ ਵੀ ਦੇ ਛਾਪਾਮਾਰੀ ਵੀ ਕਰੇਗੀ, ਜਾਂ ਉਹਨਾਂ ਨੂੰ ਵੀ ਫੜਿਆ ਜਾਏਗਾ ਜਿਨ੍ਹਾਂ ਨਾਲ ਇਹ ਮਿਲ ਕੇ ਸਾਰਾ ਚਲਾਉਂਦੇ ਸੀਗੇ। ਇਹ ਦੇਖੋ ਇੱਕ ਆਰਗੇਨਾਈਜ਼ਡ ਕ੍ਰਾਈਮ ਹੈ, ਪਰ ਫਿਰ ਵੀ ਸੈਂਟਰਲ ਦੀ ਏਜੰਸੀ ਹੈ CBI ਵਧਾਈ ਦੀ ਪਾਤਰ ਹੈ ਵੀ ਜੋ ਵੀ ਹੋਇਆ, ਲੋਕਲ ਏਜੰਸੀਆਂ ਨੂੰ ਕੁਝ ਨਹੀਂ ਪਤਾ ਲੱਗਦਾ ਕਿਸ ਤਰ੍ਹਾਂ ਹੋ ਰਿਹਾ। ਇਹ ਵੀ ਬਹੁਤ ਵੱਡਾ ਸਵਾਲ ਹੈ। ਪ੍ਰੋਫੈਸਰ ਸੁੰਦਰ ਸ਼ਾਮ ਅਰੋੜਾ ਜੀ, ਵਿਜੀਲੈਂਸ ਵੱਲੋਂ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਜੀ ਜੀ, ਤੇ ਕੀ ਪੁੱਛਗਿੱਛ ਕੀ ਸਾਹਮਣੇ ਆਇਆ? ਪੁੱਛਗਿੱਛ ਤੇ ਬਹੁਤ ਕੁਝ ਸਾਹਮਣੇ ਆਇਆ। ਤੁਹਾਨੂੰ ਪਤਾ ਹੀ ਹੈ ਕਿ ਸੁੰਦਰ ਸ਼ਾਮ ਅਰੋੜਾ 50 ਲੱਖ ਰੁਪਇਆ ਲੈ ਕੇ AIG ਜਿਹੜੇ ਨੇ ਮਨਮੋਹਨ ਸ਼ਰਮਾ ਵਿਜੀਲੈਂਸ ਦੇ ਉਹਨਾਂ ਨੂੰ ਦੇਣ ਗਏ ਸੀ ਇੱਕ ਮਾਮਲੇ ਦੇ ਵਿੱਚ, ਜਿਹੜਾ ਉਹ ਪਲਾਟ ਨੇ ਉੱਥੇ ਪਤਾ ਹੀ ਹੈ PSIC ਜਿਹੜੇ ਪਲਾਟ ਨੇ, ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਪਲਾਟ ਜੀ, ਵੀ ਕਿਸ ਤਰ੍ਹਾਂ 25 ਏਕੜ ਨੂੰ ਜ਼ਮੀਨ ਨੂੰ ਜਿੱਥੇ ਕਿ ਇੰਡਸਟਰੀ ਲੱਗਣੀ ਸੀਗੀ ਉਹਨੂੰ 125 ਪਲਾਟਾਂ 'ਚ ਤਬਦੀਲ ਕਰ ਦਿੱਤਾ ਜਾਂਦਾ। ਦੇਖੋ ਬੜਾ ਵੱਡਾ ਆਰਗੇਨਾਈਜ਼ਡ ਕ੍ਰਾਈਮ ਹੈ। ਤੇ ਹੁਣ ਸੁੰਦਰ ਸ਼ਾਮ ਅਰੋੜਾ ਨੇ ਉਹਨਾਂ ਨੂੰ ਪ੍ਰੋਡਕਸ਼ਨ ਵੈਂਡ ਤੇ ਲਿਆ ਜਾਂਦਾ ਤੇ ਪੁੱਛਗਿੱਛ ਹੁੰਦੀ ਹੈ, ਵਿਜੀਲੈਂਸ ਉਹਨਾਂ ਨੂੰ ਕਰਦੀ ਹੈ। ਪਹਿਲੇ ਤੇ ਜਦੋਂ ਉਹਨਾਂ ਨੂੰ ਪੁੱਛਗਿੱਛ ਕਰਦੀ ਹੈ, ਉਹਨਾਂ ਨੂੰ ਫਾਈਲ ਦਿਖਾਈ ਜਾਂਦੀ ਜਿਹਦੇ ਤੇ ਉਹ ਹਸਤਾਖਰ ਕਰਦੇ ਨੇ, ਜਿਹਦੇ 'ਚ ਇਹ ਗੁਲਮੋਹਰ ਟਾਊਨਸ਼ਿਪ ਨੂੰ ਜਿਹਦੇ ਨਾਲ ਇਹ ਤਬਦੀਲ ਕਰ ਦਿੱਤੀ ਜਾਂਦੀ ਹੈ। ਇਹ ਮਾਮਲਾ ਹੈਗਾ ਪੰਜਾਬ ਸਕੇਲ ਜਿਹੜੀ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਹੈ, ਇੱਕ 25 ਏਕੜ ਜ਼ਮੀਨ ਆਨੰਦ ਕੈਂਪ ਇੰਡਸਟਰੀ ਲਿਮਟਿਡ ਨੂੰ ਅਲਾਟ ਹੋਈ ਸੀ 1984 'ਚ, ਜਿਹਨੂੰ ਬਾਅਦ ਦੇ ਵਿੱਚੋਂ ਇਹਨੂੰ ਇੰਡਸਟਰੀ ਡਿਵੈਲਪਮੈਂਟ 2002 'ਚ ਇਹਨੂੰ ਫਿਲਿਪਸ ਇੰਡੀਆ ਨੇ ਟੇਕ ਓਵਰ ਕਰ ਲਿਆ। 2021 ਫਰਵਰੀ ਦੇ ਵਿੱਚ ਇੱਕ ਸ਼ੀਲਡਡ ਬਣਦੀ ਹੈ ਬਿਟਵੀਨ ਸਿਗਨੀਫਾਈ ਇਨੋਵੇਸ਼ਨ ਤੇ ਫਾਰਮਲ ਜਿਹਦਾ ਨਾਮ ਹੁੰਦਾ ਹੈ ਫਿਲਿਪਸ ਇੰਡੀਆ ਤੇ ਗੁਲਮੋਹਰ ਟਾਊਨਸ਼ਿਪ ਦੇ ਵਿੱਚ। ਤੇ ਉਦੋਂ ਇਹ ਖੇਡ ਸਾਰਾ ਸ਼ੁਰੂ ਹੁੰਦਾ, ਮਤਲਬ ਸਾਰੀ ਜਿਹੜੀ ਫਿਲਮ ਪਹਿਲੇ ਤਿਆਰ ਕਰ ਲਈ ਜਾਂਦੀ ਹੈ, ਅਮਲੀ ਜਾਮਾ ਇਹਨੂੰ ਬਣਾਇਆ ਜਾਂਦਾ ਹੈ ਫਰਵਰੀ 2021 ਦੇ ਵਿੱਚ। ਉਹਦੇ ਵਿੱਚ ਤੁਹਾਨੂੰ ਇਹ ਵੀ ਪਤਾ ਹੈ ਕਿ IAS ਨੀਲਿਮਾ ਦਾ ਵੀ ਨਾਮ ਆ ਰਿਹਾ ਹੈ। ਹੁਣ ਜਦੋਂ ਇਹ ਸਭ ਪੁੱਛਗਿੱਛ 'ਚ ਵਿਜੀਲੈਂਸ ਵਾਲਿਆਂ ਨੂੰ ਇਹ ਕੋਈ ਸਹੀ ਜਵਾਬ ਨਹੀਂ ਦਿੰਦੇ ਤੇ ਵਿਜੀਲੈਂਸ ਵਾਲੇ ਇਹਨਾਂ ਨੂੰ ਦਸਤਾਵੇਜ਼ ਦਿਖਾਉਂਦੇ ਆ, ਇਹ ਕਹਿੰਦੇ ਮੇਰੇ ਸਾਈਨ ਨਹੀਂ ਹੈ। ਫਿਰ ਵਿਜੀਲੈਂਸ ਵੱਲੋਂ ਇਹ ਕਿਹਾ ਜਾਂਦਾ ਹੈ ਵੀ ਤੁਹਾਡੇ ਜੇ ਸਾਈਨ ਨਹੀਂ, ਕੋਈ ਗੱਲ ਨਹੀਂ, ਫੋਰੈਂਸਿਕ ਐਕਸਪਰਟ ਦੀ ਜਾਂਚ ਕਰਾ ਲੈਂਦੇ ਆ। ਫਿਰ ਸ਼ਾਮ ਸੁੰਦਰ ਅਰੋੜਾ ਨੂੰ ਲੱਗਦਾ ਕਿ ਮੈਂ ਕਿਤੇ ਫਸੀ ਨਾ ਜਾਵਾਂ, ਫਿਰ ਹਾਂ ਕਹਿੰਦੇ ਲੱਗਦਾ ਹੈ ਕਿ ਮੇਰੇ ਹੀ ਸਾਈਨ ਹੈ। ਤੇ ਫਿਰ ਨੀਲਿਮਾ ਜਿਹੜੇ ਹੈਗੇ ਨੇ MD ਕਾਰਪੋਰੇਸ਼ਨ ਰਹੇ ਹੈ, IAS ਅਧਿਕਾਰੀ ਨੇ, ਤੁਹਾਨੂੰ ਯਾਦ ਹੈ ਵੀ ਪਿਛਲੇ ਦਿਨਾਂ ਕਾਫੀ ਬਵਾਲ ਮਚਿਆ ਸੀਗਾ ਕਿ ਵਿਜੀਲੈਂਸ ਨੇ ਅੰਡਰ 17A ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਜਿਹੜਾ ਉਹਦੇ ਅੰਦਰ ਮਨਜ਼ੂਰੀ ਨਹੀਂ ਲਈ, ਇਹਨੂੰ ਬੜਾ ਰੌਲਾ ਪਿਆ ਸੀਗਾ। ਇਹਨਾਂ ਨੇ ਤੇ ਇਹ ਵੀ ਲਿਖਤਾ ਸੀਗਾ ਵੀ ਕੋਈ ਕਹਿੰਦੇ ਸੀ ਵੀ ਕੋਈ ਉੱਥੇ ਨੁਕਸਾਨ ਹੋਇਆ ਹੀ ਨਹੀਂ ਆ, ਡਿਵੈਲਪਮੈਂਟ ਹੋ ਰਹੀ ਹੈ। ਹੁਣ ਕੱਲ ਸੁੰਦਰ ਸ਼ਾਮ ਅਰੋੜਾ ਵੀ ਇਹੋ ਹੀ ਕਹਿੰਦੇ ਨੇ। ਸੁੰਦਰ ਸ਼ਾਮ ਅਰੋੜਾ ਨੂੰ ਵਿਜੀਲੈਂਸ ਦੀ ਟੀਮ ਜਿਹੜੀ ਮੌਕਾ ਵਾਰਦਾਤ ਤੇ ਲੈ ਜਾਂਦੀ ਸੀ। ਮੌਕਾ ਵਾਰਦਾਤ ਮੈਂ ਇਹ ਕਿਹਾ ਕਿਉਂਕਿ ਜਿੱਥੇ ਇਹ ਹੈਗਾ, ਜਿੱਥੇ ਟਾਊਨਸ਼ਿਪ ਬਣਾਈ ਗਈ ਹੈ, ਜਿੱਥੇ ਪਹਿਲੇ ਇੰਡਸਟਰੀ ਬੰਨੀ ਸੀ, ਜਿਹੜੇ ਬਾਅਦ ਚੋਂ ਪਲਾਟ ਜਿਹੜੇ ਵੰਡਤੇ ਗਏ, ਉਹਦੇ 'ਚ ਕੁਝ ਅਧਿਕਾਰੀਆਂ ਦੇ ਰਿਸ਼ਤੇਦਾਰਾਂ ਦਾ ਨਾਮ ਵੀ ਸਾਹਮਣੇ ਆ ਰਿਹਾ, ਕੁਝ ਮੰਤਰੀਆਂ ਦੇ ਰਿਸ਼ਤੇਦਾਰਾਂ ਦਾ ਨਾਮ ਵੀ ਸਾਹਮਣੇ ਆ ਰਿਹਾ। ਵਿਜੀਲੈਂਸ ਜਾਂਚ ਕਰੇਗੀ, ਫਿਰ ਸਭ ਕੁਝ ਪਤਾ ਚੱਲ ਜਾਏਗਾ। ਪਰ ਉੱਥੇ ਮੋਹਾਲੀ 'ਚ 9 ਫੇਸ ਦੇ ਵਿੱਚ ਉਹਨਾਂ ਨੂੰ ਉੱਥੇ ਲੈ ਜਾਂਦੀ ਤੇ ਉੱਥੇ ਇਹਨਾਂ ਨੂੰ ਦਿਖਾਉਂਦੀ ਵੀ ਕਹਿੰਦੇ ਨਾ ਤੇ ਤੁਸੀਂ ਇੱਥੇ ਕੋਈ ਡਿਵੈਲਪਮੈਂਟ ਕੀਤੀ ਹੈ, ਕੀਤਾ ਕੀ ਤੁਸੀਂ ਇੱਥੇ ਕੰਸਟਰਕਸ਼ਨ ਉੱਥੇ ਵੇਖਦੇ ਤੇ ਇੱਕ ਨਾ ਪਲਾਟ ਦੇ ਉੱਤੇ ਕੰਸਟਰਕਸ਼ਨ ਹੋ ਰਹੀ, ਹੋਟਲ ਬਣ ਰਿਹਾ ਹੁੰਦਾ ਉੱਥੇ। ਵੀ ਦੇਖੋ ਹੋਟਲ ਬਣ ਰਿਹਾ, ਵੀ ਜਿੱਥੇ ਲੱਗਣੀ ਇੰਡਸਟਰੀ ਚਾਹੀਦੀ ਸੀ ਉੱਥੇ ਬਣਦੇ ਹੋਟਲ। ਇਹਨਾਂ ਨੇ ਕਿਸ ਤਰ੍ਹਾਂ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ, ਮਤਲਬ ਸਾਰੇ ਰਲ ਕੇ, ਤੇ ਇਹਨਾਂ ਦਾ ਇੱਕੋ ਹੀ ਮੋਟਿਵ ਹੈ ਪੈਸਾ ਕਿਸ ਤਰ੍ਹਾਂ ਕਮਾਉਣਾ ਹੈ, ਤੇ ਇੱਥੋਂ ਪੈਸਾ ਕਮਾ ਕੇ ਵਿਦੇਸ਼ਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਇਹ ਸ਼ਟਲ ਕਰ ਰਹੇ ਹੈ। ਇਹ ਰਿਐਲਿਟੀ ਹੈ, ਮੈਂ ਨਹੀਂ ਕਹਿ ਰਿਹਾ। ਇੱਕ ਬੰਦੇ ਦੀ ਜੇ ਵਾਕਈ ਜਾਂਚ ਕਰਾ ਲੇ ਕੱਟੜ ਇਮਾਨਦਾਰ ਸਰਕਾਰ ਭਗਵੰਤ ਮਾਨ ਹੋਣੀ ਕਰਾ ਲੈਣ ਤੇ ਸਾਰਾ ਪਤਾ ਲੱਗ ਜਾਏਗਾ ਕਿਹੜੇ ਅਫਸਰ ਨੇ ਕਿਹੜੇ ਆਪਣੇ ਬੱਚੇ ਦੇ ਨਾਂ ਤੇ ਕੀ ਲਿਆ ਤੇ ਆਪਣੇ ਕਿਹੜੇ ਮੁਲਕ ਦੇ ਵਿੱਚ ਆਪਣੀ ਇਨਵੈਸਟਮੈਂਟ ਕੀਤੀ ਹੋਈ ਹੈ। ਹੁਣ ਉੱਥੇ ਸੁੰਦਰ ਸ਼ਾਮ ਅਰੋੜਾ ਨੂੰ ਜਦੋਂ ਪੁੱਛਦੇ ਆ, ਕੱਲ ਕਈ ਸਾਰੀਆਂ ਫੋਟੋਆਂ ਵੀ ਜਿਹੜੀਆਂ ਉਹ ਵੀ ਸਾਹਮਣੇ ਆਉਂਦੀਆਂ, ਕਈ ਸਾਰੀ ਜਿਹੜੀ ਹੈ ਕੀ ਕਹਿੰਦੇ ਆ ਉਹਨੂੰ ਵੀਡੀਓਜ਼ ਵੀ ਸਾਹਮਣੇ ਆਈਆਂ, ਜਿਹਦੇ ਵਿੱਚ ਹੁਣ ਤੁਸੀਂ ਦੇਖੋ ਨਾ, ਪਹਿਲੇ ਜਦੋਂ ਇਹ ਰਜਿਸਟਰੀਆਂ ਹੋਈਆਂ ਤੇ ਉੱਥੇ ਦੇ ਰਜਿਸਟਰ ਤਹਿਸੀਲਦਾਰ ਨੇ ਇਹ ਰਜਿਸਟਰੀਆਂ ਕਿਉਂ ਕੀਤੀਆਂ, ਇਹ ਵੀ ਬੜਾ ਵੱਡਾ ਸਵਾਲ ਹੈ। ਹੁਣ ਇਹ ਵੀ ਸਾਹਮਣੇ ਆ ਰਿਹਾ ਵੀ ਜਿਹੜੇ ਤਹਿਸੀਲਦਾਰ ਨੇ ਉਦੋਂ ਰਜਿਸਟਰੀਆਂ ਕੀਤੀਆਂ ਸੀਗੀਆਂ
ਉਹਨੇ ਵੀ ਆਪਣੇ 164 ਦੇ ਬਿਆਨ ਦਰਜ ਕਰਾਤੇ ਤੇ ਉਹਨੇ ਕਿਹਾ ਮੈਨੂੰ ਉਦੋਂ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਵੀ ਫੋਨ ਆਇਆ ਸੀ ਤੇ ਡਿਪਟੀ ਕਮਿਸ਼ਨਰ ਨੇ ਵੀ ਕਿਹਾ ਸੀਗਾ, ਪਰ ਇਹਨਾਂ ਚੀਜ਼ਾਂ ਦਾ ਕੋਈ ਸਬੂਤ ਹੁੰਦਾ ਨਹੀਂ ਹੈ ਕਿਉਂਕਿ ਹੁਣ ਤਹਿਸੀਲਦਾਰ ਸਾਹਿਬ ਝੂਠ ਬੋਲ ਰਹੇ ਆ ਕਿ ਸੱਚ ਬੋਲ ਰਹੇ ਆ, ਇਹ ਤੇ ਵਿਜੀਲੈਂਸ ਹੀ ਦੱਸੇਗੀ ਨਾ, ਜਾਂਚ ਚ ਸਾਹਮਣੇ ਆਏਗਾ। ਹੁਣ ਇੱਕ ਹੋਰ ਜਿਹੜੀ ਰਿਪੋਰਟ ਸਾਹਮਣੇ ਆ ਰਹੀ ਅਖਬਾਰ ਦੇ ਵਿੱਚ ਛਪੀ ਹੈ ਵੀ ਵਿਜੀਲੈਂਸ ਦੇ ਹੱਥ ਇੱਕ ਐਸੇ ਸੁਰਾਗ ਲੱਗੇ ਨੇ ਵੀ ਇੱਕ ਡੀਆਈਜੀ ਨੇ ਆਪਣੀ ਮਦਰ ਦੇ ਨਾਂ ਤੇ ਵੀ ਉੱਥੇ ਪਲਾਟ ਲਿਆ। ਹੁਣ ਲਿਆ ਕਿ ਨਹੀਂ ਲਿਆ ਇਹ ਤੇ ਜਾਂਚ ਚ ਸਾਹਮਣੇ ਆਏਗਾ, ਪਰ ਜਿਸ ਤਰ੍ਹਾਂ ਵਿਜੀਲੈਂਸ ਕੰਮ ਕਰ ਰਹੀ ਹੈ ਤੇ ਜਾਂ ਭਗਵੰਤ ਮਾਨ ਉਹਨਾਂ ਨੇ ਸਪਸ਼ਟ ਕਹਿਤਾ ਵੀ ਕੋਈ ਵੀ ਭ੍ਰਸ਼ਟਾਚਾਰੀ ਹੋਏਗਾ ਭਾਵੇਂ ਮੇਰਾ ਮੰਤਰੀ ਹੋਵੇ। ਦੇਖੋ ਨਾ 2 ਮੰਤਰੀ ਉਹਨਾਂ ਨੇ ਝਟਕਾਤੇ, ਭਾਵੇਂ ਫੌਜਾ ਸਿੰਘ ਸਰਾਰੀ ਦੇ ਮਾਮਲੇ ਨੂੰ ਲੈ ਕੇ ਉਹਨਾਂ ਨੇ ਟਾਈਮ ਜ਼ਰੂਰ ਲਾਇਆ ਪਰ ਫਿਰ ਵੀ ਪਹਿਲੇ ਵਾਂਗੂ ਕਲੀਨ ਚਿੱਟ ਨਹੀਂ ਦਿੱਤੀ ਕਿਸੇ ਨੂੰ, ਜਿਵੇਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਟਾਲਾ ਹੁੰਦਾ ਤੇ ਪਹਿਲੇ ਹੀ ਜਾਂਚ ਤੋਂ ਪਹਿਲੇ ਕਲੀਨ ਚਿੱਟ ਦੇ ਦਿੱਤੀ ਜਾਂਦੀ ਇੱਕ ਮੰਤਰੀ ਨੂੰ। ਉਹਨਾਂ ਨੇ ਬਸ ਜ਼ੀਰੋ ਟੋਲਰੈਂਸ ਤੇ ਕੰਮ ਕਰ ਰਹੀ ਹੈ। ਹੁਣ ਨਾਲ ਦੀ ਨਾਲ ਤੁਹਾਨੂੰ ਇਹ ਵੀ ਧਿਆਨ ਹੈ ਕਿ ਇੱਕ ਭਗਵੰਤ ਮਾਨ ਉਹਨਾਂ ਨੇ ਚੀਫ ਸੈਕਟਰੀ ਕੋ ਇੱਕ ਰਿਪੋਰਟ ਵੀ ਮੰਗੀ ਸੀ ਵੀ ਜਿਹੜੇ ਆਈਐਸ ਜਿਹੜੇ ਰੌਲਾ ਪਾ ਰਹੇ ਹੈ ਕਿ ਵਾਕਈ ਉਹ ਠੀਕ ਰੌਲਾ ਪਾ ਰਹੇ ਹੈ। ਹੁਣ ਅੱਜ ਉਹਨਾਂ ਨੇ ਆਪਣੀ ਰਿਪੋਰਟ ਜਿਹੜੀ ਚੀਫ ਸੈਕਟਰੀ ਨੇ ਵਿਜੇ ਕੁਮਾਰ ਜੰਜੂਆ ਨੇ ਉਹਨਾਂ ਨੇ ਭਗਵੰਤ ਮਾਨ ਮੁੱਖ ਮੰਤਰੀ ਨੂੰ ਦੇ ਦੇਣੀ ਹੈ। ਹੁਣ ਵੈਸੇ ਇਸ ਆਧਾਰ ਤੇ ਇਹ ਰਿਪੋਰਟ ਇਸ ਆਧਾਰ ਤੇ ਹੋਏਗੀ ਵੀ ਵਿਜੀਲੈਂਸ ਬਿਊਰੋ ਨੇ ਜਿਹੜੇ ਕੇਸ 14 ਲੋਕਾਂ ਤੇ ਦਰਜ ਕੀਤੇ ਨੇ ਜਿਹਦੇ ਵਿੱਚ ਆਈਐਸ ਨੀਲਿਮਾ ਦਾ ਨਾਮ ਹੀ ਹੈ, ਉਹ ਕੀ ਬੇਨੀਮਾ ਤੇ ਨਹੀਂ ਹੋਈਆਂ, ਨੀਮਾ ਨੂੰ ਤਾਕ ਤੇ ਨਹੀਂ ਰੱਖਿਆ ਗਿਆ ਕਿਤੇ। ਵੈਸੇ ਤੇ ਜੇ ਦੱਸ ਦਈਏ ਕਿ ਆਪਣੇ ਦਰਸ਼ਕਾਂ ਨੂੰ ਮੈਂ ਦੱਸ ਦਿਆਂ ਕਿ ਵਿਜੀਲੈਂਸ ਬਿਊਰੋ ਦੇ ਜਿਹੜੇ ਚੀਫ ਨੇ ਇਸ ਵੇਲੇ ਵਰਿੰਦਰ ਕੁਮਾਰ ਸ਼ਰਮਾ, ਉਹ ਪਹਿਲੇ ਆਪਣੀਆਂ 4 ਜਜਮੈਂਟਾਂ ਲੈ ਚੁੱਕੀ, ਉਹਨਾਂ ਨੇ ਨਾਲ ਅਟੈਚ ਕੀਤੀਆਂ। ਆਪਣੀ ਰਿਪੋਰਟ ਜਿਹੜੀ ਹੈ ਉਹ ਚੀਫ ਸੈਕਟਰੀ ਵਿਜੇ ਕੁਮਾਰ ਜੰਜੂਆ ਨੂੰ ਉਹ ਦੇ ਚੁੱਕੇ ਨੇ। ਉਹਨਾਂ ਨੇ ਇਹ ਵੀ ਦੱਸਿਆ ਵੀ ਜਿਹੜੇ ਮਾਮਲੇ 'ਚ ਆਈਐਸ ਨੀਲਿਮਾ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ ਇਹ ਕੋਈ ਇਹ ਨਹੀਂ ਹੈ, ਉਹਦੇ 'ਚ ਲੋੜ ਹੀ ਨਹੀਂ ਸੀ ਪ੍ਰੀਵੈਂਸ਼ਨ ਜਿਹੜਾ ਐਕਟ ਦੀ ਜਿਹਦਾ ਰੌਲਾ ਪਾਉਂਦੇ ਨੇ, ਕਿਉਂਕਿ ਇਹਨਾਂ ਆਈਐਸ ਅਧਿਕਾਰੀਆਂ ਨੂੰ ਲੱਗਿਆ ਵੀ ਹੁਣ ਸਾਡੀ ਵਾਰੀ ਆ ਗਈ ਹੈ, ਅਸੀਂ ਕਿਤੇ ਫਸ ਨਾ ਜਾਈਏ। ਵੀ ਦੇਖੋ ਕਿਸ ਤਰ੍ਹਾਂ ਇਹ ਜਾਂਦੇ ਨੇ, ਮਤਲਬ ਤਿਲ ਮਿਲਾਉਂਦੇ ਨੇ ਵੀ ਜੇ ਤੁਸੀਂ ਕੁਝ ਨਹੀਂ ਕੀਤਾ ਤੇ ਇਨਵੈਸਟੀਗੇਸ਼ਨ ਹੁੰਦੇ ਹੋ, ਆਪਣੀ ਵਾਰੀ ਤੁਸੀਂ ਨਹੀਂ ਮਾਰਕ ਕਰਦੇ ਵੀ ਇਨਵੈਸਟੀਗੇਸ਼ਨ ਮਾਰਕ ਕਰਦੀ ਹੈ। ਤੇ ਹੁਣ ਫਿਰ ਨਾਲ ਦੀ ਨਾਲ ਵਿਜੀਲੈਂਸ ਦੀ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਪੰਜਾਬ ਸਕੇਲ ਜਿਹੜੇ ਸਮਾਲ ਇੰਡਸਟਰੀ ਦੇ ਸੀਗੇ ਜਿਹੜੇ ਸਾਬਕਾ ਡਾਇਰੈਕਟਰ ਐਸਪੀ ਸਿੰਘ, ਉਹਨਾਂ ਨੇ ਮਤਲਬ 25 ਪਲਾਟ ਐਸੇ ਹੈ ਡਾਇਰੈਕਟਰ ਰਹਿੰਦੇ ਹੋਏ ਵੀ ਜਿਹੜੇ ਆਪਣੇ ਨਾਂ ਕਰਾ ਲਏ। ਹੁਣ ਸੱਚ ਹੈ ਕਿ ਝੂਠ ਹੈ ਵੀ ਉਹਨਾਂ ਨੇ ਆਪਣੇ ਨਾਂ ਲਏ ਜਾਂ ਆਪਣੇ ਰਿਸ਼ਤੇਦਾਰਾਂ ਦੇ ਨਾਂ ਲਏ, ਇਹ ਸਾਰਾ ਕੁਝ ਸਾਹਮਣੇ ਆ ਜਾਏਗਾ। ਹੁਣ ਤੁਸੀਂ ਦੇਖਿਆ ਹੀ ਵੀ ਕਿਸ ਤਰ੍ਹਾਂ ਪਹਿਲੇ ਇਰੀਗੇਸ਼ਨ ਘੁਟਾਲੇ ਦੇ ਵਿੱਚ ਕਿਸ ਤਰ੍ਹਾਂ ਸਾਬਕਾ ਮੰਤਰੀ ਜਿਹੜੇ ਹੈ ਉਹਨਾਂ ਕੋਲ ਪੁੱਛਗਿੱਛ ਹੋ ਚੁੱਕੀ ਹੈ ਤੇ ਸਾਬਕਾ 2 ਆਈਐਸ ਹੈ ਉਹਨਾਂ ਕੋਲ ਹੋ ਚੁੱਕੀ, ਤੀਸਰੇ ਆਈਐਸ ਜਿਹੜੇ ਹੈ ਉਹਨਾਂ ਨੂੰ ਬੁਲਾਇਆ ਗਿਆ ਸੀ ਸਰਵੇਸ਼ ਕੌਸ਼ਲ ਨੇ, ਜਿਹੜੇ ਉਹਨਾਂ ਕੋਲੋਂ ਕੱਲ ਪੁੱਛਗਿੱਛ ਕੀਤੀ ਹੈ 7 ਘੰਟੇ। ਵੈਸੇ ਇੱਕ ਬੰਨੇ ਤੇ ਰੌਲਾ ਪਾਉਂਦੇ ਵੀ 17 ਅੰਡਰ 17 ਇਹ ਜਿਹੜਾ ਐਕਟ ਆਫ ਪ੍ਰੀਵੈਂਸ਼ਨ ਕਰਪਸ਼ਨ ਐਕਟ ਆ ਉਹਦੇ ਤਹਿਤ ਮਨਜ਼ੂਰੀ ਲੈਣੀ ਚਾਹੀਦੀ ਹੈ ਤੇ ਇਹਨਾਂ ਦੇ ਕੋਲ 125 ਫਾਈਲਾਂ ਪਈਆਂ, ਮਨਜ਼ੂਰੀਆਂ ਦਿੰਦੇ ਹੀ ਨਹੀਂ। 2017 ਦੇ ਵਿੱਚ ਉਹ ਮਨਜ਼ੂਰੀ ਲੈਣ ਗਈ ਸੀ ਫਾਈਲ ਇਰੀਗੇਸ਼ਨ ਘੁਟਾਲੇ ਦੀ, ਇਹਨਾਂ ਨੇ ਮਨਜ਼ੂਰੀ ਨਹੀਂ ਦਿੱਤੀ। ਹੁਣ ਦੇਖੋ ਵਿਜੀਲੈਂਸ ਇਹ ਕੰਮ ਕਰ ਰਹੀ ਹੈ ਤੇ ਇਹਨਾਂ ਨੂੰ ਤਕਲੀਫ ਹੋ ਰਹੀ ਹੈ। ਮੈਨੂੰ ਇਹ ਸਮਝ ਨਹੀਂ ਆ ਰਿਹਾ ਵੀ ਇਹਨਾਂ ਨੂੰ ਤਕਲੀਫ ਕਿਉਂ ਹੋ ਰਹੀ ਹੈ, ਪਰ ਜਿਸ ਤਰ੍ਹਾਂ ਹੁਣ ਕੰਮ ਕਰ ਰਹੀ ਹੈ ਸਰਕਾਰ, ਲੱਗ ਰਿਹਾ ਹੈ ਕਿ ਵਾਕਈ ਜਿਹੜਾ ਭ੍ਰਸ਼ਟਾਚਾਰ, ਲੋਕਾਂ ਨੂੰ ਇੱਕ ਉਮੀਦ ਜਗੀ ਹੈ ਕਿ ਭ੍ਰਸ਼ਟਾਚਾਰ ਹੁਣ ਜਿਹੜਾ ਉਹ ਸ਼ਾਇਦ ਖਤਮ ਹੋ ਜਾਏ। ਪਟਾਰੀ ਸਾਹਿਬ ਪੀਸੀਐਸ ਅਫਸਰ ਜਿਹੜੇ ਪਿਛਲੇ ਦਿਨੀ ਹੜਤਾਲ ਤੇ ਚਲੇ ਗਏ ਸੀ ਤੇ ਲੋਕਾਂ ਨੂੰ ਕਾਫੀ ਖੱਜਲ ਖੁਆਰੇ ਹੋਏ ਸਨ ਲੋਕ ਵੀ, ਤੇ ਉਹਨਾਂ ਦਾ ਹੁਣ ਕਹਿਣਾ ਕਿ ਅਸੀਂ ਹੁਣ ਸ਼ਨੀਵਾਰ ਵੀ ਕੰਮ ਕਰਾਂਗੇ। ਨਹੀਂ ਸ਼ਨੀਵਾਰ ਨਹੀਂ ਕੰਮ ਕਰਾਂਗੇ, ਉਹਨਾਂ ਨੇ ਕਿਹਾ ਵੀ ਅਸੀਂ ਸ਼ਨੀਵਾਰ ਤੇ ਐਤਵਾਰ ਰਹਿ ਕੇ ਕੰਮ ਕਰਾਂਗੇ ਤੇ ਜਿਹੜੇ ਸਾਨੂੰ ਜਿਹੜਾ ਨੁਕਸਾਨ ਹੋਇਆ ਮਤਲਬ ਸਾਡੇ ਹੜਤਾਲ ਤੇ ਜਾਣ ਦੇ ਨਾਲ ਉਹਦੀ ਭਰਪਾਈ ਕਰਾਂਗੇ। ਤੁਸੀਂ ਇਹ ਦੇਖੋ ਨਾ, ਮੈਨੂੰ ਤੇ ਹੈਰਾਨੀ ਹੁੰਦੀ ਹੈ ਪਹਿਲੇ ਵੀ ਪੀਸੀਐਸ ਅਫਸਰ ਇਹ ਹੜਤਾਲ ਤੇ ਗਏ ਕਿਉਂ ਆਂਦਾ ਤੇ ਕਹਿੰਦੇ ਵੀ ਹੜਤਾਲ ਤੇ ਨਹੀਂ ਸੀ, ਮਾਸ ਕੈਜੂਅਲ ਲੀਵ ਤੇ ਸਾਂ। ਜਿਹੜੇ ਅਧਿਕਾਰੀ ਦੇ ਵਾਸਤੇ ਗਏ ਸੀ, ਨਰਿੰਦਰ ਸਿੰਘ ਧਾਲੀਵਾਲ ਉਹਨਾਂ ਦਾ ਨਾਂ ਹੈ, ਆਰਟੀਏ ਲੁਧਿਆਣੇ ਦੇ, ਜਿਨ੍ਹਾਂ ਤੇ ਆਰੋਪ ਹੈ ਉਹ ਟਰਾਂਸਪੋਰਟਰਾਂ ਕੋਲੋਂ ਲੱਖਾਂ ਰੁਪਏ ਮਹੀਨਾ ਵਸੂਲਦੇ ਸੀ, ਉਹਦੇ ਵਾਸਤੇ ਹੜਤਾਲ ਕਰਦੇ। ਇਹ ਵੀ ਰੌਲਾ ਪਾਉਂਦੇ ਵੀ 17 ਇਹ ਪ੍ਰੀਵੈਂਸ਼ਨ ਐਕਟ ਦੀ ਮਨਜ਼ੂਰੀ ਨਹੀਂ ਲਈ ਗਈ, ਜਦ ਕਿ ਇਹ ਰਿਪੋਰਟਾਂ ਆ ਰਹੀਆਂ ਕਿ ਉਸ ਅਧਿਕਾਰੀ ਨੇ ਬਹੁਤ ਸਾਰੀਆਂ ਜਿਹੜੀਆਂ ਪ੍ਰਾਪਰਟੀਆਂ ਖਰੀਦੀਆਂ 2012 ਚ ਉਹਨਾਂ ਦੀ ਅਪਾਇੰਟਮੈਂਟ ਹੁੰਦੀ ਹੈ ਤੇ ਕੌਣ ਨਹੀਂ ਜਾਂਦਾ। ਇੱਕ ਆਰਟੀਏ ਨੂੰ 50 ਲੱਖ ਰੁਪਇਆ ਮਹੀਨਾ ਕਮਾਈ ਹੈ, ਘੱਟ ਨਹੀਂ ਹੈ। ਕਿਸ ਤਰ੍ਹਾਂ ਕਮਾਈ ਹੈ ਮੈਨੂੰ ਪੁੱਛ ਲੈ ਸਰਕਾਰ, ਮੈਂ ਦੱਸ ਦੂੰਗਾ ਕਿੱਥੋਂ ਪੈਸੇ ਆਉਂਦੇ ਇਹਨਾਂ ਨੂੰ, ਸਭ ਜਾਣਦੇ ਆ। ਇਹਨਾਂ ਦੇ ਦਫ਼ਤਰਾਂ ਦੇ ਵਿੱਚ ਏਜੰਟ ਬੈਠੇ ਨੇ ਜਿਹੜੇ ਏਜੰਟ ਹੀ ਕਰੋੜਾਪਤੀ ਹੋ ਗਏ। ਇੱਥੇ ਇੱਕ ਏਜੰਟ ਹੈ ਜਿਹੜਾ ਸਵਿਟਜ਼ਰਲੈਂਡ ਜਾਂਦਾ ਸੀ ਹਰ ਮਹੀਨੇ ਹਰ ਸਾਲ, ਆਪਣਾ ਜਨਮ ਦਿਨ ਮਨਾਉਣ ਵਾਸਤੇ ਸਵਿਟਜ਼ਰਲੈਂਡ ਜਾਂਦਾ ਸੀ ਉਹ, ਤੇ ਇਹਨਾਂ ਨੂੰ ਪਤਾ ਨਹੀਂ ਲੱਗਦਾ। ਤੇ ਬਹੁਤ ਸਾਰੇ ਅਧਿਕਾਰੀ ਉਹਨੂੰ, ਉਹ ਅਧਿਕਾਰੀਆਂ ਦਾ ਪਲੇਠੀ ਦਾ ਪੁੱਤ ਬਣਿਆ ਸੀ ਤੇ ਉਹ ਇੱਕ ਏਜੰਟ ਸੀ, ਉਹਦੇ ਕੋਲ ਕੋਈ ਕੁਝ ਨਹੀਂ ਸੀਗਾ। ਇਸ ਮਤਲਬ ਅਸੀਂ ਵੀ ਦੱਸ ਦਾਂਗੇ ਇਸ ਕਰਕੇ ਇਹਨਾਂ ਨੂੰ ਨਹੀਂ ਸੀ ਜਾਣਾ ਚਾਹੀਦਾ। ਪਰ ਚਲੋ
ਹੁਣ ਇਹ ਭਾਵੇਂ ਦੇਖੋ ਇਹਨਾਂ ਨੇ ਭਰਪਾਈ ਕਰਨ ਦੀ ਕੋਸ਼ਿਸ਼ ਤੇ ਕਰ ਰਹੇ, ਚੰਗੀ ਗੱਲ ਹੈ, ਪਰ ਸਾਡੀ ਇਹਨਾਂ ਨੂੰ ਇਹ ਬੇਨਤੀ ਹੈ ਵੀ ਸਰਕਾਰ ਨੇ ਟਾਈਮ ਨਿਰਧਾਰਿਤ ਕੀਤਾ ਹੈ ਆਫਿਸ ਦਾ 9 ਤੋਂ ਲੈ ਕੇ 5 ਵਜੇ ਤੱਕ। ਤੁਸੀਂ ਸ਼ਨੀਵਾਰ ਐਤਵਾਰ ਨਾ ਆਓ, ਬਾਕੀ 5 ਦਿਨ ਆਪਣੇ ਦਫ਼ਤਰਾਂ 'ਚ ਬਹਿ ਕੇ ਲੋਕਾਂ ਦੇ ਕੰਮ ਕਰੋ 9 ਤੋਂ ਲੈ ਕੇ 5 ਵਜੇ ਤੱਕ। ਬਹੁਤ ਸਾਰੇ ਅਫਸਰ ਤੇ ਜਦੋਂ ਜਾਈਦਾ ਦਫ਼ਤਰ 'ਚ ਕਹਿੰਦੇ ਵੀ ਅਫਸਰ ਸਾਹਿਬ ਮੀਟਿੰਗ 'ਚ ਹੈ, ਵੀ ਕਿਹੜੀ ਮੀਟਿੰਗ 'ਚ ਹੈ, ਵੀ ਕਿਹੜੀ ਸੀਐਮ ਸਾਹਿਬ ਨੇ ਬੁਲਾਇਆ ਉੱਥੇ। ਇੱਕ ਬੰਦਾ ਖੱਜਲ ਖਰਾਬ ਆਪਣਾ ਕੰਮ ਕਰਾਉਣ ਆਉਂਦਾ, ਵੀ ਉਸੇ ਲੋਕਾਂ ਕੋਲੋਂ ਤੁਸੀਂ ਵੋਟ ਲੈਂਦੇ ਹੋ। ਸਰਕਾਰ ਨੂੰ ਵੀ ਇਹ ਧਿਆਨ ਦੇਣਾ ਚਾਹੀਦਾ ਹੈ ਵੀ ਵੋਟ ਲੀਡਰਾਂ ਨੇ ਲੈਣੇ ਆ, ਅਫਸਰਾਂ ਨੇ ਨਹੀਂ ਲੈਣੇ। ਅਫਸਰ ਸ਼ਾਹੀ ਨੂੰ ਨਕੇਲ ਪਾਓ। ਤੁਹਾਨੂੰ ਇਹ ਵੀ ਯਾਦ ਆ ਜਦੋਂ ਮੁੱਖ ਮੰਤਰੀ ਹੁੰਦੇ ਸੀਗੇ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ ਸੀ 9 ਵਜੇ ਦਫ਼ਤਰ 'ਚ ਫੋਨ ਕਰਦੇ ਸੀ ਵੱਖਰੇ ਵੱਖਰੇ ਦਫ਼ਤਰਾਂ ਦੇ ਵਿੱਚ ਵੀ ਅਫਸਰ ਆਏ ਕਿ ਨਹੀਂ ਆਏ। ਇਹਨਾਂ ਨੂੰ ਕੋਈ ਲੋੜ ਨਹੀਂ 2 ਦਿਨ ਕੰਮ ਕਰਨ, ਸ਼ਨੀ ਐਤਵਾਰ ਛੁੱਟੀ ਮਨਾਉਣ, ਆਪਣੇ ਬੱਚਿਆਂ ਨੂੰ ਦੇਣ। ਸਰਕਾਰ ਨੇ ਜਿਹਨਾਂ ਨੂੰ ਛੁੱਟੀ ਦਿੱਤੀ ਹੈ ਤੇ ਵੀਆਈਪੀ ਡਿਊਟੀ ਹੈ ਤੇ ਉਹਨਾਂ ਨੇ ਕਰਨੀ ਹੈ। 9 ਤੋਂ 5 ਆਪਣੀ ਡਿਊਟੀ ਜ਼ਿੰਮੇਵਾਰੀ ਨਾਲ ਨਿਭਾਉਣ। ਦੇਖਣ ਮੇਰੇ ਦਫ਼ਤਰ ਦੇ ਬਾਹਰ ਕੋਈ ਏਜੰਟ ਤੇ ਨਹੀਂ ਬੈਠਾ ਜਿਹੜਾ ਮੇਰੇ ਨਾਂ ਤੇ ਪੈਸੇ ਲਈ ਜਾਂਦਾ ਹੈ। ਇਹਨਾਂ ਨੂੰ ਕਿਹੜੀ ਚੀਜ਼ ਨਹੀਂ ਪਤਾ। ਤੁਸੀਂ ਕਿਸੇ ਦਫ਼ਤਰ 'ਚ ਵੜ ਜਾਓ, ਤੁਹਾਨੂੰ ਪੁੱਛਣ ਦੀ ਲੋੜ ਨਹੀਂ ਹੈ, ਲੋਕੀ ਆਪੇ ਦੱਸ ਦਿੰਦੇ ਇੱਥੇ ਕੌਣ ਕੌਣ ਕਿਹੜਾ ਕਿਹੜਾ ਪੈਸੇ ਲੈਣ ਡਿਆ ਤੇ ਕਿੰਨੇ ਕਿੰਨੇ ਪੈਸੇ ਲੈਣ ਡਿਆ। ਇਸ ਕਰਕੇ ਸਾਡੀ ਇਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਠੀਕ ਹੈ, ਚੰਗਾ ਕੰਮ ਕਰ ਰਹੇ ਹੋ, ਵੀ ਤੁਸੀਂ ਲੋਕਾਂ ਦੀ ਤੁਹਾਨੂੰ ਦਰਦ ਹੋਇਆ, ਵੀ ਲੋਕਾਂ ਨੂੰ ਵੀ ਪਰੇਸ਼ਾਨੀ ਹੋਈ ਹੈ ਸਾਡੇ ਕਰਕੇ, ਤੇ ਤੁਸੀਂ ਹੁਣ ਸ਼ਨੀ ਐਤਵਾਰ ਦੀ ਕੰਮ ਤੇ ਆਉਣ ਦੀ ਗੱਲ ਕੀਤੀ ਹੈ। ਪਰ ਫਿਰ ਮੇਰੀ ਉਹੀ ਬੇਨਤੀ ਹੈ ਵੀ ਤੁਸੀਂ ਛੁੱਟੀ ਖਰਾਬ ਨਾ ਕਰੋ। ਜਿਹੜੇ ਬਾਕੀ 5 ਦਿਨ ਹੈ 4 ਦਿਨ ਹੀ ਕਰ ਲਓ। 9 ਤੋਂ 5 ਆਪਣੇ ਦਫ਼ਤਰ ਮਿਲਣੇ ਚਾਹੀਦੇ ਹੋ ਤੁਸੀਂ। ਇਹ ਨਹੀਂ ਵੀ ਸਾਹਿਬ ਆ ਰਹੇ ਹੈ 12 ਵਜੇ ਆ ਰਿਹਾ ਤੇ ਮੁੜ ਕੇ ਲੰਚ ਤੇ ਚਲੇ ਗਏ, ਲੰਚ ਟਾਈਮ ਹੋ ਗਿਆ, ਫਿਰ ਟੀ ਟਾਈਮ ਹੋ ਗਿਆ ਤੇ ਉਨੀ ਦੇਰ ਨੂੰ ਦਫ਼ਤਰ ਮੁੱਕ ਗਿਆ ਤੇ ਲੋਕ ਉਹਦੇ ਟਾਈਮ ਹੋ ਜਾਂਦਾ। ਸਰ ਜਿਹੜਾ ਪਟਵਾਰੀ ਸਾਹਿਬ ਰੂਰਲ ਡਿਵੈਲਪਮੈਂਟ ਫੰਡ ਜਾਰੀ ਕਰਨ ਨੂੰ ਲੈ ਕੇ ਜੀ ਸੈਂਟਰ ਗਵਰਨਮੈਂਟ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ। ਦੇਖੋ ਇਹਦੇ ਪੰਜਾਬ ਸਰਕਾਰ ਵੀ ਕਹਿੰਦੇ ਮੁਸ਼ਕਲ 'ਚ ਫਸ ਗਈ ਹੈ। ਇਹ ਹੈਗੇ ਨੇ ਸੈਂਟਰ ਦੇ ਮਿਨਿਸਟਰ ਨੇ ਪਿਊਸ਼ ਗੋਇਲ। ਤੁਹਾਨੂੰ ਇਹ ਵੀ ਯਾਦ ਹੋਣਾ ਪਿੱਛੇ ਆਪਣੇ ਜਿਹੜੇ ਚੀਮਾ ਸਾਹਿਬ ਵੀ ਗਏ ਸੀਗੇ ਜਿਹੜੇ ਫਾਈਨਾਂਸ ਮਿਨਿਸਟਰ ਨੇ, ਤੇ ਮਾਨ ਸਾਹਿਬ ਨੇ ਵੀ ਗੱਲ ਕੀਤੀ ਸੀਗੀ ਵੀ ਸਾਡਾ ਜਿਹੜਾ ਰੂਰਲ ਡਿਵੈਲਪਮੈਂਟ ਦਾ 2880 ਕਰੋੜ ਰੁਪਏ ਜਿਹੜਾ ਸੈਂਟਰ ਨੇ ਰੋਕਿਆ ਉਹ ਪੈਸਾ ਜਾਰੀ ਕਰਤਾ ਜਾਵੇ। ਹੁਣ ਪਿਊਸ਼ ਗੋਇਲ ਉਹਨਾਂ ਨੇ ਇੱਕ ਚਿੱਠੀ ਲਿਖਤੀ ਹੈ ਤੇ ਉਹਨਾਂ ਨੇ ਮਾਨ ਸਾਹਿਬ ਨੂੰ ਆਖਿਆ ਵੀ ਤੁਸੀਂ ਜਿਹੜੀ ਫੀਸ ਹੈ ਨਾ, ਜਿਹੜੀ ਮਾਰਕੀਟ ਦੀ ਜਿਹੜੀ ਫੀਸ ਹੈ ਉਹਨੂੰ ਘਟਾ ਕੇ 6% ਵਸੂਲਦੇ ਹੋ। 2 ਤਰ੍ਹਾਂ ਦੀ ਮਾਰਕੀਟ ਵਸੂਲਣ ਦੀ ਗੱਲ ਕੀਤੀ ਉਹਨਾਂ ਨੇ। ਕਹਿੰਦੇ ਵੀ ਤੁਸੀਂ ਇੱਕ ਹੈਗੀ ਵੀ 3% ਮੰਡੀ ਫੀਸ ਔਰ 3% ਦਿਹਾਤੀ ਵਿਕਾਸ ਫੰਡ RDF, ਜਿਹਦੇ 'ਚ ਉਹਨਾਂ ਨੇ ਸਾਰੀ ਮਤਲਬ ਸੜਕਾਂ ਬਣਨੀਆਂ ਜਾਂ ਹੋਰ ਇਨਫਰਾਸਟ੍ਰਕਚਰ ਬਣਾਉਣਾ ਚੀਜ਼ਾਂ, ਇਹ 3% ਲੈਂਦੇ ਹੋ ਤੇ ਇਹਨੂੰ ਘਟਾ ਕੇ 2% ਕਰ ਦਿਓ। ਹੁਣ ਮਾਰਕੀਟ ਫੀਸ ਜਿਹੜੀ ਇਕੱਠੀ ਹੁੰਦੀ ਹੈ ਅਕੋਰਡਿੰਗ ਟੂ ਸਾਡੀ ਇਨਫੋਰਮੇਸ਼ਨ ਵੀ ਸਰਕਾਰ ਨੂੰ ਹਰ ਸਾਲ 3600 ਕਰੋੜ ਰੁਪਏ ਮਾਰਕੀਟ ਫੀਸ ਤੋਂ ਆਉਂਦਾ ਹੈ। ਹੁਣ ਜਿਵੇਂ ਸਰਕਾਰ ਜੇ ਸੈਂਟਰ ਗਵਰਨਮੈਂਟ ਕਹਿ ਰਹੀ ਹੈ, ਇੱਕ ਤਰ੍ਹਾਂ ਦਾ ਸਰਕਾਰ ਨੇ ਫਰਮਾਨ ਜਾਰੀ ਕਰਤਾ ਹੈ ਸੈਂਟਰ ਗਵਰਨਮੈਂਟ ਨੇ, ਪਿਊਸ਼ ਗੋਇਲ ਮੰਤਰੀ ਨੇ, ਤੇ ਜੇ ਘਟਾਉਂਦੇ ਨੇ ਤੇ ਉਹਦਾ ਜਿਹੜਾ ਪੈਸਾ ਹੈ ਉਹ 2400 ਕਰੋੜ ਰੁਪਏ ਦਾ ਨੁਕਸਾਨ ਹੋਏਗਾ। ਹਾਂ, ਨਾਲ ਦੀ ਨਾਲ ਉਹਨਾਂ ਕਿਹਾ ਵੀ ਤੁਹਾਡਾ ਅਸੀਂ ਇਹ ਫੰਡ ਵੀ ਜਾਰੀ ਕਰ ਦਿਆਂਗੇ, RDF ਜਾਰੀ ਕਰ ਦਿਆਂਗੇ। ਉਹ ਰੋਕਿਆ ਕਿਉਂ ਸੀ ਤੁਹਾਨੂੰ ਵੀ ਦੱਸ ਦਈਏ ਵੀ ਜਦੋਂ ਕੈਪਟਨ ਸਰਕਾਰ ਸੀ ਪੰਜਾਬ ਦੇ ਵਿੱਚ ਤੇ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਹੈ ਉਹ ਦੂਸਰੇ ਪਾਸੇ ਖਰਚ ਕੀਤਾ ਜਾਂਦਾ ਸੀਗਾ ਤੇ ਸਰਕਾਰ ਨੇ ਮੁੜ ਕੇ ਤਰਕ ਦਿੱਤਾ ਸੀ ਵੀ ਕਿਸਾਨਾਂ ਦੇ ਕਰਜ਼ੇ 'ਚ ਪੈਸੇ ਜਿਹੜਾ ਉਹ ਮਾਫ ਕੀਤਾ। ਪਰ ਇਹ ਹੈ ਸਰਕਾਰ ਹੁਣ ਸਖਤ ਹੋ ਗਈ ਹੈ। ਸੈਂਟਰ ਗਵਰਨਮੈਂਟ ਕਹਿੰਦੀ ਵੀ ਜਿਹੜੇ ਪੈਸੇ ਜਿਹੜੇ ਕੰਮ ਵਾਸਤੇ ਆ ਰਹੇ ਨੇ ਉਹ ਪੈਸੇ ਜਿਹੜੇ ਆ ਉੱਤੇ ਹੀ ਜਿਹੜੇ ਉਹ ਖਰਚ ਜਿਹੜੇ ਕੀਤੇ ਜਾਣ ਤੇ ਠੀਕ ਰਹੂਗਾ। ਹੁਣ ਤੁਹਾਨੂੰ ਦੱਸਾਂ ਵੀ ਜਿਹੜੀਆਂ ਮੈਂ ਤੁਹਾਨੂੰ ਪਹਿਲੇ ਦੱਸਿਆ ਵੀ RDF ਦੇ ਨਾਲ ਕਰੀਬ 1868 ਮੰਡੀਆਂ ਤੇ 64878 ਕਿਲੋਮੀਟਰ ਜਿਹੜੀਆਂ ਪਿੰਡਾਂ ਦੀਆਂ ਸੜਕਾਂ ਉਹ ਜਿਹੜਾ ਪੈਸਾ ਇਹ ਤੇ ਖਰਚ ਹੁੰਦਾ ਤੇ 1200 ਕਰੋੜ ਰੁਪਏ ਜੇ ਰਹਿ ਜਾਂਦੀ ਹੈ ਤੇ ਪੰਜਾਬ ਲਈ ਆਪਣੀ ਮੰਡੀਆਂ ਦਾ ਰੱਖ ਰਖਾਵ ਰੱਖਣਾ ਮੁਸ਼ਕਲ ਹੋ ਗਿਆ। ਸਰਕਾਰ ਨੇ ਤਰਕ ਇਹ ਦਿੱਤਾ ਸੈਂਟਰ ਗਵਰਨਮੈਂਟ ਨੇ ਕਿ ਵੀ ਕਹਿੰਦੇ ਵੀ ਇੱਥੇ ਜਿਹੜਾ ਪ੍ਰਾਈਵੇਟ ਬੰਦਾ ਵੀ ਜਿਹੜਾ ਆ ਕੇ ਆਪਣੀ ਖਰੀਦ ਫਰੋਖਤ ਕਰ ਸਕੇ। ਹੁਣ ਵੇਖਣਾ ਇਹ ਹੈ ਕਿ ਸਰਕਾਰ ਇਹ ਫੈਸਲਾ ਲੈਂਦੀ ਹੈ ਕਿ ਨਹੀਂ। ਹਾਲਾਂਕਿ ਇਹਨਾਂ ਦਾ ਚੀਮਾ ਸਾਹਿਬ ਦਾ ਬਿਆਨ ਜ਼ਰੂਰ ਆਇਆ, ਕਹਿੰਦੇ ਸਾਨੂੰ ਚਿੱਠੀ ਤੇ ਨਹੀਂ ਮਿਲੀ ਹੈ, ਪਰ ਉਹਨਾਂ ਕਿਹਾ ਵੀ ਕੇਂਦਰ ਸਰਕਾਰ ਜਿਹੜੀ ਹੈ ਪੰਜਾਬ ਦੇ ਨਾਲ ਰੰਜਿਸ਼ ਕੱਢ ਰਹੀ ਹੈ। ਇਹਨਾਂ ਨੂੰ ਜਿਹੜਾ RDF ਦਾ ਪੈਸਾ ਜਿਹੜਾ ਰੋਕਣਾ ਨਹੀਂ ਚਾਹੀਦਾ। ਜਿਹੜੇ ਸੈਂਟਰ ਨੇ ਜਿਹੜੇ ਪੈਸੇ ਦੇਣੇ ਜੇ ਇਸ ਤਰ੍ਹਾਂ ਹੀ ਘਟਾਉਣ ਲੱਗੇਗੀ ਤੇ ਸਰਕਾਰਾਂ ਡਿਵੈਲਪਮੈਂਟ ਕਿਵੇਂ ਕਰਨਗੀਆਂ। ਪਰ ਸਭ ਜੋਸ਼ੀ ਮਠ ਦੇ ਵਿੱਚ ਜ਼ਮੀਨ ਧੱਸਣ ਦਾ ਮਾਮਲਾ ਲਗਾਤਾਰ
ਆ ਰਿਹਾ ਵਾ। ਰੋਜ਼ ਦੀ ਰੋਜ਼ ਜ਼ਮੀਨ ਧੱਸੀ ਜਾ ਰਹੀ ਹੈ, ਤਰੇੜਾਂ ਪੈ ਰਹੀਆਂ ਸੜਕਾਂ ਦੇ ਵਿੱਚ, ਘਰਾਂ ਦੇ ਵਿੱਚ ਤਰੇੜਾਂ ਪੈ ਰਹੀਆਂ, ਤੇ ਇਹ ਕੀ ਸਾਰਾ ਮਾਮਲਾ ਕੀ, ਇਹ ਕਿਉਂ ਹੋ ਰਿਹਾ ਸਾਰਾ ਕੁਝ? ਦੇਖੋ, ਜਦੋਂ ਕਹਿੰਦੇ ਨਾ ਅਸੀਂ ਨੇਚਰ ਨਾਲ ਛੇੜਛਾੜ ਕਰਾਂਗੇ ਜੀ, ਤੇ ਫਿਰ ਇਹ ਸਾਰੀਆਂ ਸਾਨੂੰ ਮੁਸ਼ਕਲਾਂ ਝੇਲਣੀਆਂ ਪੈਣਗੀਆਂ ਜੀ। ਪਹਿਲੇ ਭਾਈ ਭਤੀਜਾਵਾਦ ਦੇਖਦੇ ਆਂ ਵੀ ਇੱਕ ਨੂੰ ਮੈਂ ਬਣਾਇਆ ਘਰ, ਤੁਸੀਂ ਮੈਨੂੰ ਵੇਖੀ ਤੁਸੀਂ ਬਣਾ ਲਿਆ, ਜਾਂ ਕਿਸੇ ਹੋਰ ਨੇ ਬਣਾਇਆ, ਕਿਸੇ ਮੇਰੇ ਨਾਲ ਦੇ ਨੇ ਗ੍ਰੀਨ ਬੈਲਟ ਤੇ ਕਬਜ਼ਾ ਕੀਤਾ, ਮੈਂ ਵੀ ਉਹਨੂੰ ਵੇਖ ਕੇ ਕਬਜ਼ਾ ਕਰ ਲਿਆ, ਤੇ ਅਧਿਕਾਰੀ ਕੁਝ ਨਹੀਂ ਕਿਤੇ ਸੁੱਤੇ ਰਹਿੰਦੇ ਆ ਜੀ। ਹੁਣ ਇਹ ਮਾਮਲਾ ਦੇਖੋ ਨਾ, ਇਸਰੋ ਦੀ ਰਿਪੋਰਟ ਆਈ ਹੈ ਵੀ ਉਹ ਕਹਿੰਦੇ ਆ ਵੀ 5.3 ਇੰਚ ਜਿਹੜਾ ਉਹ ਜੋਸ਼ੀਮਠ ਧੱਸ ਗਿਆ, ਜਿਹੜੇ ਉਹਨਾਂ ਦੀ ਇਨੀਸ਼ੀਅਲ ਜਿਹੜੀ ਹੈ ਰਿਪੋਰਟ ਸਾਹਮਣੇ ਆਈ ਹੈ। ਤੁਸੀਂ ਦੇਖੋ ਨਾ ਵੀ ਜੰਗਲ ਕੱਟਤੇ ਗਏ, ਪਹਾੜ, ਨੇਚਰ ਨਾਲ ਖਿਲਵਾੜ ਕੀਤਾ ਗਿਆ। ਉਹ ਵੈਸੇ ਵੀ ਉਹ ਜਿਹੜਾ ਸ਼ਹਿਰ ਹੈ ਉਹ ਪਹਾੜਾਂ ਦੇ ਮਲਬੇ ਤੇ ਬਣਿਆ। ਹੁਣ ਇੱਕ ਟਨਲ ਦੀ ਖੁਦਾਈ ਕਰਨ ਵਾਸਤੇ ਉੱਥੇ ਮਸ਼ੀਨ ਲੱਗੀ, ਹਾਲਾਂਕਿ ਉਹਨਾਂ ਦਾ ਵੀ ਸਪਸ਼ਟੀਕਰਨ ਆਇਆ ਵੀ ਸਾਡੇ ਕਰਕੇ ਨਹੀਂ ਹੋਇਆ। 47 ਸਾਲ ਪਹਿਲੇ ਇੱਕ ਰਿਪੋਰਟ ਜਾਰੀ ਹੋਈ ਸੀਗੀ, ਮਿਸ਼ਰਾ ਰਿਪੋਰਟ ਉਹਨੂੰ ਕਹਿੰਦੇ ਆ, ਵੀ ਉਹਨਾਂ ਨੇ ਕਿਹਾ ਸੀ ਵੀ ਇਹ ਦਾ ਕਦੀ ਵੀ ਕਾਣ ਹੋ ਸਕਦਾ ਹੈ, ਨੁਕਸਾਨ ਹੋ ਸਕਦਾ ਹੈ। ਹੁਣ ਦੇਖੋ ਲੋਕਾਂ ਨੇ, ਤੁਸੀਂ ਵੇਖੋ ਨਾ ਉੱਥੇ 20-25 ਲੱਖ ਰੁਪਇਆ ਲਾ ਕੇ ਘਰ ਬਣਾਇਆ ਹੋਵੇ, ਤੇ ਤੁਹਾਡੇ ਸਾਹਮਣੇ ਤੁਹਾਡਾ ਘਰ ਤੋੜਨ ਦੀ ਗੱਲ ਕੀਤੀ ਜਾਵੇ। ਹੁਣ 2 ਹੋਟਲ ਤੋੜਨ ਦੀ ਵੀ ਗੱਲ ਕੀਤੀ, ਤੋੜ ਵੀ ਦਿੱਤੇ ਗਏ ਜੀ, ਤੇ ਤੁਹਾਨੂੰ ਕਿਹਾ ਜਾਵੇ ਤੂੰ ਉਹ ਤੰਬੂ 'ਚ ਰਹਿ, ਜਾਂ ਇੱਕ ਕਮਰੇ ਦੇ ਤੁਸੀਂ ਲਤੀਫਪੁਰ ਵਾਲਿਆਂ ਦਾ ਮਾਮਲਾ ਦੇਖ ਰਹੇ ਹੋ ਨਾ। ਮਤਲਬ ਹੁਣ ਇੱਥੇ ਨੇਚਰ ਨਾਲ ਖਿਲਵਾੜ ਹੈ। ਇਸ ਕਰਕੇ ਸਾਡੀ ਇਹ ਬੇਨਤੀ ਹੈ ਲੋਕਾਂ ਨੂੰ ਵੀ ਨੇਚਰ ਨਾਲ ਖਿਲਵਾੜ ਨਾ ਕਰੋ। ਤੁਸੀਂ ਇਹ ਦੇਖੋ ਚੰਡੀਗੜ੍ਹ ਦੇ ਕੋਲ ਵੀ ਬਹੁਤ ਸਾਰੀ ਫੋਰੈਸਟ ਲੈਂਡ ਦੇ ਉੱਤੇ ਕਿਹਨਾਂ ਦਾ ਕਬਜ਼ਾ ਹੈ, ਜਾਂ ਅਧਿਕਾਰੀਆਂ ਦਾ ਕਬਜ਼ਾ ਹੈ, ਜਾਂ ਲੀਡਰਾਂ ਦਾ ਕਬਜ਼ਾ ਹੈ। ਤੇ ਉਹ ਮਾਮਲਾ ਹੁਣ ਇਹ ਹੈ, ਤੇ ਹੁਣ ਲੋਕ ਉੱਥੇ ਵਿਚਾਰੇ ਰੋ ਰਹੇ ਸੀ। ਲੋਕਾਂ ਦਾ ਸਰਕਾਰ ਨਾਲ ਵੀ ਰਾਂਝਾ, ਪਰ ਸਰਕਾਰ ਵੀ ਕਿੰਨਾ ਕਰ ਸਕਦੀ ਹੈ? ਸਰਕਾਰ ਜੇ ਕੋਸ਼ਿਸ਼ ਤਾਂ ਕਰ ਰਹੀ ਹੈ। ਉੱਥੋਂ ਦੇ ਚੀਫ ਮਿਨਿਸਟਰ ਪੁਸ਼ਕਰ ਧਾਮੀ ਲਗਾਤਾਰ ਵਾਰ-ਵਾਰ ਮੀਟਿੰਗਾਂ ਕਰ ਰਹੇ ਹਨ। ਉਹਨਾਂ ਨੇ ਆਪਣੇ ਮੰਤਰੀਆਂ ਨੂੰ ਵੀ ਕਿਹਾ ਵੀ ਇਹਦੇ ਤੇ ਮਦਦ ਕਰੋ। ਹਰ ਮੰਤਰੀ ਜਿਹੜੀ ਆਪਣੀ ਇੱਕ ਮਹੀਨੇ ਦੀ ਸੈਲਰੀ ਵੀ ਦੇਵੇ ਜੀ। ਲਗਾਤਾਰ ਮੀਟਿੰਗਾਂ ਹੋ ਰਹੀਆਂ, ਪਰ ਜਦੋਂ ਨੇਚਰ ਨਾਲ ਖਿਲਵਾੜ ਕਰੋਗੇ ਇਹ ਨੁਕਸਾਨ ਹੋਏਗਾ। ਇਹ ਵੀ ਦੱਸ ਦਿਆਂ ਮੈਂ ਦਰਸ਼ਕਾਂ ਨੂੰ, ਜੋਸ਼ੀਮਠ ਬਹੁਤ ਹੀ ਅਹਿਮ ਜਿਹੜਾ ਇੱਕ ਜਗ੍ਹਾ ਉੱਤਰਾਖੰਡ ਦੀ। ਕੇਦਾਰਨਾਥ, ਬਦਰੀਨਾਥ ਜਿਹੜੇ ਧਾਮ ਨੇ ਉਹ ਜਿਹੜੇ ਇਧਰੋਂ ਹੀ ਹੋ ਕੇ ਆਉਂਦੇ ਨੇ, ਤੇ ਇਸ ਕਰਕੇ ਲੋਕ ਉੱਥੇ ਖਾਸੇ ਪਰੇਸ਼ਾਨ ਨੇ ਇਸ ਵੇਲੇ। ਡਾਕਟਰ ਸਾਹਿਬ, IAS ਅਫਸਰ ਸੰਜੇ ਪੋਪਲੀ ਜੀ, ਉਹਨਾਂ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਵੱਧ ਗਈਆਂ ਨੇ। ਹਾਂ, ਸੰਜੇ ਪੋਪਲੀ ਤੁਹਾਨੂੰ ਯਾਦ ਹੋਣਾ, ਇਹ IAS ਆਫੀਸਰ ਸੀਗੇ, ਪੰਜਾਬ ਕੈਡਰ ਦੇ ਅਧਿਕਾਰੀ ਨੇ। ਇਹਨਾਂ ਨੂੰ ਫੜਿਆ ਗਿਆ ਸੀਗਾ ਜੂਨ ਦੇ ਵਿੱਚ। ਹੁਣ ਚੰਡੀਗੜ੍ਹ 17 ਸੈਕਟਰ ਦੇ ਪੁਲਿਸ ਸਟੇਸ਼ਨ ਦੇ ਵਿੱਚ ਇਹਨਾਂ ਦੇ ਅੰਡਰ ਆਰਮਸ ਐਕਟ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ ਹੈ। ਤੁਹਾਨੂੰ ਇਹ ਵੀ ਯਾਦ ਹੋਣਾ, ਜਦੋਂ ਇਹਨਾਂ ਨੂੰ ਵਿਜੀਲੈਂਸ ਬਿਊਰੋ ਨੇ ਫੜਿਆ ਸੀ ਤੇ ਇਹਨਾਂ ਦੇ ਮੁਰਕੇ ਘਰ ਸਰਚ ਹੋਈ ਸੀ, 11 ਸੈਕਟਰ 'ਚ ਇਹਨਾਂ ਦਾ ਘਰ ਆ, ਉਦੋਂ ਵਿਜੀਲੈਂਸ ਨੂੰ ਉੱਥੇ 73 ਜਿਹੜੀਆਂ ਉਹ ਗੋਲੀਆਂ, ਬੁਲਟਸ, ਉਹ ਜਿਹੜੀਆਂ ਮਿਲੀਆਂ ਸੀਗੀਆਂ। ਨਾਲ ਦੀ ਨਾਲ ਉੱਥੋਂ 12 ਕਿਲੋ 골ਡ, 3 ਕਿਲੋ ਸੋਨਾ, ਮਹਿੰਗੇ ਆਈਫੋਨ ਵੀ ਫੜੇ ਗਏ ਹੈ। ਹੁਣ ਉਹਨਾਂ ਤੇ ਮਾਮਲਾ ਦਰਜ ਕਰ ਲਿਆ, ਤੇ ਉਹਨਾਂ ਨੂੰ ਜਿਹੜਾ ਪੁਲਿਸ ਨੇ ਸ਼ਾਇਦ ਗ੍ਰਿਫਤਾਰ ਵੀ ਕਰ ਲਿਆ, ਤੇ ਇਹ ਉਹਨਾਂ ਦਾ ਰਿਮਾਂਡ ਜਿਹੜਾ ਉਹ ਵੀ ਦੇ ਦਿੱਤਾ ਗਿਆ। ਤੇ ਤੁਹਾਨੂੰ ਵੀ ਦੱਸਿਆ ਵੀ ਪੁਲਿਸ ਇਹਨਾਂ ਨੂੰ ਉਦੋਂ ਪੋਪਲੀ ਉਹਨਾਂ ਨੂੰ ਫੜਿਆ ਗਿਆ ਸੀਗਾ। ਇਹਨਾਂ ਤੇ ਮਾਮਲਾ ਸੀਗਾ ਨਵਾਂ ਸ਼ਹਿਰ ਦੇ, ਜਦੋਂ ਸੀਵਰੇਜ ਦੀਆਂ ਪਾਈਪਲਾਈਨਾਂ ਵਿਛੀਆਂ ਸੀ ਨਾ, ਉਹਦੇ ਬਦਲਣ ਦੇ ਐਵਜ ਦੇ ਵਿੱਚ ਪੈਸੇ ਮੰਗਦੇ ਸੀ। ਹੁਣ ਤੁਸੀਂ ਦੇਖੋ ਵੀ ਇਹਨਾਂ ਨੂੰ ਸਭ ਛੂਟ ਦੇ ਦਿੱਤੀ ਜਾਵੇ, ਫਿਰ ਮੇਰਾ ਉਹੀ ਸਵਾਲ ਹੈ ਵੀ ਯਾਰ, ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ, ਜੇ ਸਰਕਾਰ ਚੰਗਾ ਕੰਮ ਕਰ ਰਹੀ ਹੈ, ਗਲਤ ਕੰਮ ਨੂੰ ਰੋਕ ਰਹੀ ਹੈ, ਤੇ ਤੁਸੀਂ ਰੱਬ ਬੈਠੇ ਹੋਏ ਹੋ ਉੱਥੇ ਬਣ ਕੇ, ਤੇ ਇਸ ਕਰਕੇ ਸਹਿਯੋਗ ਕਰੋ ਜਾਂਚ ਦੇ ਵਿੱਚ। ਜੇ ਤੁਸੀਂ ਕੁਝ ਨਹੀਂ ਕੀਤਾ ਤੇ ਆਪੇ ਪਾਕ ਸਾਫ਼ ਬਾਹਰ ਆ ਜਾਓਗੇ ਜੀ। ਆਪਣੇ ਸਾਹਿਬ, ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਜੀ, VK ਸਕਸੈਨਾ ਜੀ, ਉਹਨਾਂ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮੁਸ਼ਕਲਾਂ ਵਧਾਤੀਆਂ ਨੇ। ਉਹਨਾਂ ਨੇ ਨਾ ਝਟਕਾ ਦਿੱਤਾ ਵੱਡਾ। ਉਹਨਾਂ ਨੇ ਕੀ ਕੀਤਾ, VK ਸਕਸੈਨਾ ਨੇ, ਉਹਨਾਂ ਨੇ ਆਮ ਆਦਮੀ ਪਾਰਟੀ ਦੇ ਨੋਮੀਨੀ ਹੈ ਜਿਹੜੇ ਬੋਰਡ ਆਫ ਇਲੈਕਟ੍ਰਿਸਿਟੀ ਡਿਸਟ੍ਰੀਬਿਊਸ਼ਨ ਕੰਪਨੀ ਦੇ ਵਿੱਚ ਜੀ, ਉਹਨਾਂ ਦੇ ਨੋਮੀਨੀ ਹੈਗੇ ਆ ਵੀ ਜੈਸਮੀਨ ਸ਼ਾਹ, ਇਹ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਹੈ। ਨਵੀਨ ND ਗੁਪਤਾ, ਇਹ ਕਹਿੰਦੇ ਵੀ ਇਹ ਕਿਸੇ ਆਮ ਆਦਮੀ ਪਾਰਟੀ ਦੇ MP ND ਗੁਪਤਾ ਉਹਦੇ ਬੇਟੇ ਹੈ। ਉਮੇਸ਼ ਤਿਆਗੀ ਤੇ JC ਦੇਸਵਾਲ, ਇਹਨਾਂ ਨੂੰ ਕਿਹਾ ਵੀ ਰਿਪਲੇਸ ਕਰਤਾ ਜਾਏ ਵਿਦ ਸੀਨੀਅਰ ਗਵਰਨਮੈਂਟ ਆਫੀਸ਼ਲਸ, ਜਿਹੜੇ ਕਿ ਕਿਉਂਕਿ ਇਹ ਕਹਿੰਦੇ ਵੀ ਇਹ ਨਿਯੁਕਤੀਆਂ ਜਿਹੜੀਆਂ ਉਹ ਠੀਕ ਨਹੀਂ ਹੋਈਆਂ। ਹੁਣ ਤੁਹਾਨੂੰ ਪਤਾ ਵੀ ਲਗਾਤਾਰ ਜਿਹੜਾ ਟਕਰਾਵ ਹੈ ਉਹ ਜਿਹੜਾ ਚੱਲ ਰਿਹਾ ਹੈ। LG ਵੱਲੋਂ ਪਹਿਲੇ ਵੀ ਕਿਹਾ ਗਿਆ ਇਹਨਾਂ ਕੋਲੋਂ ਵਸੂਲੀ ਕੀਤੀ ਜਾਏ, 164 ਕਰੋੜ ਰੁਪਏ ਦੀ ਵਸੂਲੀ ਕੀਤੀ ਜਾਏ। ਹਾਲਾਂਕਿ ਕੱਲ ਆਮ ਆਦਮੀ ਪਾਰਟੀ ਜਾਂਦੇ ਹੋ ਦੇ ਕਨਵੀਨਰ ਜਿਹੜੇ ਹੈ ਅਰਵਿੰਦ ਕੇਜਰੀਵਾਲ, ਉਹਨਾਂ ਨੂੰ ਮਿਲਣ ਜਾਂਦੇ ਆ, ਤੇ ਉਹ ਕਾਫੀ ਗੱਲਾਂ ਵੀ ਹੋਈਆਂ ਉੱਥੇ। ਉਹਨਾਂ ਨੇ ਆ ਕੇ ਬਾਹਰ ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਪਰ ਲਗਾਤਾਰ ਜਿਹੜਾ ਟਕਰਾਵ ਹੈ ਉਹ ਜਾਰੀ ਹੈ ਜੀ। ਆਪਣੇ ਸਾਹਿਬ, ਗੁਰਪ੍ਰੀਤ ਸਿੰਘ ਕਾਂਗੜ,
ਜਿਹੜੇ ਮੰਤਰੀ ਰਹੇ ਨੇ ਜੀ ਉਹਨਾਂ ਫਿਰ ਉਹ ਇੱਕ ਜਾਂਚ ਦੇ ਘੇਰੇ 'ਚ ਆ ਗਏ ਨੇ ਵਿਜੀਲੈਂਸ ਦੇ। ਹਾਂ ਜੀ, ਤੇ ਉਹ ਵੇਖੋ ਨਾ, ਉਹਨਾਂ ਦੀ ਹੈਗਾ ਕਿ ਵੈਸੇ ਤੇ ਮਾਲ ਮੰਤਰੀ ਰਹਿ ਚੁੱਕੇ ਨੇ ਕਾਂਗਰਸ ਗਵਰਨਮੈਂਟ 'ਚ ਜਦੋਂ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਸੀਗੇ। ਹੁਣ ਬੀਜੇਪੀ 'ਚ ਸ਼ਾਮਲ ਹੋ ਚੁੱਕੇ ਨੇ। ਇਹਨਾਂ ਨੂੰ ਕਹਿੰਦੇ ਵੀ ਨੋਟਿਸ ਇਸ਼ੂ ਕਰਤਾ ਗਿਆ ਵੀ ਤੁਸੀਂ ਆਪਣੀ ਜਾਇਦਾਦ ਤੋਂ ਵੱਧ ਜਿਹੜੀ ਹੈ ਸੋਰਸਿਸ ਤੋਂ ਵੱਧ ਜਿਹੜੀ ਹੈ ਉਹ ਜਾਇਦਾਦ ਬਣਾਈ ਹੈ ਜੀ। ਹੁਣ ਇਹ ਬੀਜੇਪੀ ਦੇ ਜਨਰਲ ਸੈਕਟਰੀ ਵੀ ਹੈ। ਹਾਲਾਂਕਿ ਇਹਨਾਂ ਦਾ ਇਹ ਕਹਿਣਾ ਹੈ ਕਿ ਮੈਂ ਤੇ ਜੱਦੀ ਪੁੱਛੀ ਅਮੀਰ ਹਾਂ, ਪੁਸ਼ਤੈਨੀ ਮੇਰੇ ਕੋਲ ਜਾਇਦਾਦ ਬਹੁਤ ਹੈ। ਹੁਣ ਕਿਸ ਤਰ੍ਹਾਂ ਵੇਖੋ ਨਾ, ਪਹਿਲੇ ਸੁੰਦਰ ਸ਼ਾਮ ਅਰੋੜਾ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਇਹ ਸਾਰੇ ਬੀਜੇਪੀ ਚਲੇ ਗਏ ਹੈ। ਤੇ ਬਲਬੀਰ ਸਿੰਘ ਸਿੱਧੂ ਉਹਨਾਂ ਦਾ ਵੀ ਆਇਆ ਸੀ ਪਿੱਛੇ ਵਿਜੀਲੈਂਸ ਨੇ, ਉਹਨਾਂ ਦੀ ਵੀ ਜਾਂਚ ਸ਼ੁਰੂ ਕਰਤੀ ਹੈ। ਵਿਜੇਂਦਰ ਸਿੰਗਲਾ ਤੇ ਵੀ ਆਇਆ ਸੀਗਾ, ਹੋਰ ਵੀ ਕਈ ਮੰਤਰੀਆਂ ਦੇ ਨਾਂ ਸਾਹਮਣੇ ਆ ਰਹੇ ਸਭ। ਮਤਲਬ ਇੱਕ ਇੱਕ ਕਰਕੇ ਮੈਨੂੰ ਲੱਗਦਾ ਵੀ ਸਰਕਾਰ ਨੇ ਕੋਈ ਇਹਨਾਂ ਦਾ ਮੰਤਰੀ ਛੱਡਣਾ ਨਹੀਂ ਹੈ। ਕੈਬਨਿਟ ਮੰਤਰੀ ਵੀ ਸਾਰੇ ਦੇ ਸਾਰੇ ਜਿਹੜੇ ਹੈ ਉਹਨਾਂ ਦੀ ਇਹਨਾਂ ਨੇ ਡਿਸਪ੍ਰੋਪੋਰਸ਼ਨੇਟ ਐਕਟ ਦੇ ਮਾਮਲੇ ਦੇ ਵਿੱਚ ਜਾਂਚ ਕਰਨੀ ਹੈ। ਤੇ ਮੁਸ਼ਕਿਲਾਂ ਤੇ ਇਹਨਾਂ ਦੀਆਂ ਵਧੀਆਂ। ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਵੀ ਇਹ ਉਹੀ ਮੰਤਰੀ ਹੈ ਜਿਨ੍ਹਾਂ ਨੇ ਆਪਣੇ ਜਵਾਈ ਗੁਰਸ਼ੇਰ ਸਿੰਘ ਨੂੰ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਕੰਪੈਸ਼ਨੇਟ ਗਰਾਊਂਡਸ ਤੇ ਭਰਤੀ ਕਰਵਾਤਾ ਗਿਆ ਸੀ। ਤੇ ਕਹਿੰਦੇ ਵੀ ਦੇਖੋ ਤਰਸ ਦੇ ਆਧਾਰ ਤੇ ਕੀ ਇਹਨਾਂ ਦੀ ਸੀਗੀ ਬਈ ਬਾਕੀ ਹੋਰ ਲੋਕ ਨਹੀਂ ਹੈ ਤਰਸ ਦੇ ਆਧਾਰ ਦੇ ਉੱਪਰ ਜਿਹੜੇ ਇੱਥੇ ਹੈ। ਹੁਣ ਮੁਸ਼ਕਿਲਾਂ ਤਾਂ ਇਹਨਾਂ ਦੀਆਂ ਵਧੀਆਂ ਹੀ, ਪਰ ਜਿਵੇਂ ਕਹਿੰਦੇ ਆ ਵੀ ਮੇਰੇ ਕੋਲ ਬਹੁਤ ਪਹਿਲਾਂ ਹੀ ਸੀਗੀ ਪ੍ਰਾਪਰਟੀ ਤੇ ਇਸ ਕਰਕੇ ਮੈਂ ਕਿਸੇ ਵੀ ਜਾਂਚ ਨੂੰ ਤਿਆਰ ਹਾਂ ਤੇ ਸਰਕਾਰ ਮੇਰੀ ਜਾਂਚ ਕਦੇ ਵੀ ਕਰਾ ਸਕਦੀ ਹੈ। ਹਾਂਜੀ, ਮਾਨ ਸਰਕਾਰ ਨੇ ਜਿਹੜੇ ਠੇਕੇ ਦੇ ਕਰਮਚਾਰੀ ਹੈ ਉਹਨਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਲੋਹੜੀ ਦਾ। ਹਾਂਜੀ, ਉਹਨਾਂ ਨੇ ਕਿਹਾ ਵੀ 6000 ਜਿਹੜੇ ਠੇਕੇ ਤੇ ਕਰਮਚਾਰੀ ਜਿਹੜੇ ਕੰਮ ਕਰ ਰਹੇ ਨੇ ਨਾ ਉਹਨਾਂ ਨੂੰ ਪੱਕਾ ਕੀਤਾ ਜਾਏਗਾ। ਦੇਖੋ ਬੜੀ ਵੱਡੀ ਗੱਲ ਹੈ, ਜਿਹੜਾ ਬੰਦਾ 7000 8000 10000 ਤੇ ਕੰਮ ਕਰਦਾ ਹੈ, ਇੱਕ ਪੜ੍ਹਿਆ ਲਿਖਿਆ ਨੌਜਵਾਨ ਜੀ, ਉਹ ਇਸੇ ਉਮੀਦ ਤੇ ਕਰਦਾ ਸੀ ਸਰਕਾਰਾਂ ਦੀ ਵੀ ਪਹਿਲੇ ਕੰਟਰੈਕਟ ਤੇ ਲੱਗ ਜਾਈਏ ਫਿਰ ਸਾਨੂੰ ਪੱਕਿਆਂ ਕੀਤਾ। ਪਰ ਇੱਥੇ ਕਈ ਸਾਲ 8 10 15 ਸਾਲ ਲੋਕਾਂ ਨੂੰ ਕੰਟਰੈਕਟ ਤੇ ਭਰਤੀ ਨਹੀਂ ਸੀ ਕੀਤਾ ਜਾਂਦਾ। ਮਤਲਬ ਕੰਟਰੈਕਟ ਤੇ ਭਰਤੀ ਕੀਤਾ ਜਾਂਦਾ ਸੀਗਾ, ਮੈਂ ਮਾਫ ਕਰਨਾ, ਕਿ ਉਹਨਾਂ ਨੂੰ ਪੱਕਿਆ ਨਹੀਂ ਸੀ ਕੀਤਾ ਜਾਂਦਾ ਜੀ। ਤੇ ਮੁਸ਼ਕਲ ਜਿਹੜੀ ਹੈ ਉਹ ਫਿਰ ਪਰਿਵਾਰ ਲਈ ਤੇ ਹੁੰਦੀ ਹੋਈ ਹੈ ਨਾ। ਤੇ ਹੁਣ ਮਾਨ ਸਰਕਾਰ ਨੇ ਦੇਖੋ ਜਦੋਂ ਦੀ ਭਗਵੰਤ ਮਾਨ ਬਣੇ ਨੇ ਮੁੱਖ ਮੰਤਰੀ, ਹੁਣ ਉਹਨਾਂ ਨੂੰ ਕੁਝ ਜਿਹੜੇ ਵਿਰੋਧੀ ਹੈ ਉਹਨਾਂ ਦਾ ਜਿਹੜਾ ਸਾਥ ਮਿਲ ਰਿਹਾ ਹੈ। ਪ੍ਰਤਾਪ ਸਿੰਘ ਬਾਜਵਾ ਨੇ ਵੀ ਉਹਨਾਂ ਦੇ ਜਿਹੜੇ ਉਹਨਾਂ ਨੇ PCS ਅਫਸਰਾਂ ਦੀ ਜਿਹੜੀ ਹੜਤਾਲ ਨੂੰ ਕਿਸ ਤਰ੍ਹਾਂ ਹੈਂਡਲ ਕੀਤਾ ਹੈ। ਇੱਕੋ ਦਿਨ 'ਚ ਹੀ ਉਹਨਾਂ ਕਹਿਤਾ ਵੀ ਆਜੋ 2 ਵਜੇ ਤੱਕ ਵਾਪਸ ਨੇ ਸਸਪੈਂਡ ਕਰ ਦਿਆਂਗੇ। ਸਮਰਥਨ ਕੀਤਾ ਉਹਨਾਂ ਨੇ, ਹੋਰ ਵੀ ਇੱਕ ਅੱਧੇ ਲੀਡਰ ਨੇ ਸਮਰਥਨ ਕੀਤਾ। ਬਾਕੀ ਕੋਈ ਵੀ ਜਿਹੜਾ ਲੀਡਰ ਹੈ ਨਾ ਕੋਈ ਅਕਾਲੀ ਦਲ 'ਚੋਂ ਬੋਲਿਆ ਹੈ ਨਾ ਕੋਈ BJP 'ਚੋਂ ਬੋਲਿਆ ਹੈ। ਤੇ ਇਹਨਾਂ ਨੂੰ ਦੇਖੋ ਜੇ ਕੋਈ ਚੰਗਾ ਕੰਮ ਹੁੰਦਾ ਵੀ ਤੁਸੀਂ ਕ੍ਰਿਟੀਸਾਈਜ਼ ਨਾ ਕਰੋ ਉਹਦਾ, ਚੰਗੇ ਦਾ ਉਹਦਾ ਕਹੋ ਵੀ ਹਾਂ ਵੀ ਚੰਗਾ ਕੰਮ ਕਰ ਰਿਹਾ ਕੋਈ। ਆਪਣਾ ਸਾਹਿਬ ਇੱਕ ਜਾਂਚ ਹੋਈ ਹੈ ਜਿਹਦੇ 'ਚ ਆਇਆ ਕਿ ਅਮੀਰ ਲੋਕ ਜਿਹੜੇ ਗਰੀਬਾਂ ਦਾ ਅਨਾਜ ਹੀ ਖਾ ਗਏ ਨੇ। ਹਾਂਜੀ, ਦੇਖੋ ਇਹ ਤੇ ਪਹਿਲੇ ਵੀ ਬਹੁਤ ਸਾਰੀਆਂ ਜਾਂਚਾਂ ਹੋ ਚੁੱਕੀਆਂ। ਦੇਖੋ ਵੀ ਕਿਸ ਤਰ੍ਹਾਂ ਸਰਕਾਰ ਸਕੀਮਾਂ ਤਾਂ ਬਣਾਉਂਦੀ ਹੈ ਵੀ ਗਰੀਬਾਂ ਨੂੰ ਕੋਈ ਰਾਸ਼ਨ ਦਿੱਤਾ ਜਾਵੇ, ਸਸਤਾ ਦਿੱਤਾ ਜਾਵੇ, ਆਯੁਸ਼ਮਾਨ ਕਾਰਡ ਬਣਾਏ ਵੀ ਸਸਤਾ ਲੋਕਾਂ ਨੂੰ ਇਲਾਜ ਹੋਵੇ। ਪਰ ਇੱਥੇ ਲੋਕਾਂ ਨੇ ਆਪਣੇ ਕਾਰਡ ਬਣਾ ਲਏ, ਆਪਣੀ ਵੋਟੀ ਦੇ ਕਾਰਡ ਬਣਾ ਲਏ, ਆਪਣੇ ਘਰ ਪਰਿਵਾਰ ਦੇ ਲੋਕਾਂ ਦੇ ਕਾਰਡ ਬਣਾ ਲਏ। ਹਸਪਤਾਲਾਂ ਦੇ ਜਿਹੜੇ ਡਾਕਟਰ ਨਹੀਂ ਵੀ ਸੀਗੇ ਉਹ ਵੀ ਹਸਪਤਾਲ ਚਲਾਈ ਜਾਂਦੇ ਤੇ ਆਯੁਸ਼ਮਾਨ ਦੇ ਵਿੱਚ ਵਾਧੂ ਮਾਲ ਲੁੱਟੀ ਜਾਂਦੇ ਆ। ਸ਼ਿਕਾਇਤ ਕਰੋ ਤੇ ਕਾਰਵਾਈ ਕੋਈ ਨਹੀਂ। ਮੇਰੀ ਹੁਣ ਹੈਗੀ ਹੈ, ਸੋਚ ਰਿਹਾ ਕਿ ਭਗਵੰਤ ਮਾਨ ਸਾਹਿਬ ਨੂੰ ਸ਼ਿਕਾਇਤ ਕਰਾਂ ਉਹਨਾਂ ਦੇ ਪੋਰਟਲ ਤੇ ਵੀ ਕਿਹੜੇ ਚੋਰ ਹੈ ਉਹਨਾਂ ਦੇ ਉੱਤੇ ਕਾਰਵਾਈ ਕਰੋ। ਹੁਣ ਇਹ ਮਾਮਲਾ ਦੇਖੋ ਬਠਿੰਡਾ ਦੇ ਵਿੱਚ ਨਾ ਜਾਂਚ ਕਰਾਈ ਉਹਨਾਂ ਨੇ, ਜਿਹੜੇ ਆਟਾ ਦਾਲ ਸਕੀਮ ਦੇ ਤਹਿਤ ਨਾ ਜਿਹੜੇ ਫਾਈਨੈਂਸ਼ੀਅਰੀ ਹੈਗੇ ਨੇ ਉਹਨਾਂ ਦੇ ਵਿੱਚੋਂ ਉਹਨਾਂ ਜੇ ਫਿਲਹਾਲ ਜਾਂਚ ਕੀਤੀ ਹੈ 77027 ਕਾਰਡਾਂ ਦੀ ਵੈਰੀਫਿਕੇਸ਼ਨ ਹੋਈ ਹੈ ਜੀ। ਤੇ 8079 ਕਾਰਡ ਜਿਹੜੇ ਆ ਉਹ ਐਸੇ ਪਾਏ ਗਏ ਹੈ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਾਂ AC ਲੱਗਾ ਜਾਂ ਉਹਨਾਂ ਦੇ ਘਰ ਗੱਡੀਆਂ ਖੜੀਆਂ। ਮਤਲਬ ਉਹ ਲੋਕ ਹੈ ਜਿਹੜੇ ਕਿ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਹੈ ਪਰ ਉਹ ਲੈ ਰਹੇ। ਪਰ ਇਹ ਵੋਟ ਮੰਗ ਦੀ ਰਾਜਨੀਤੀ ਲੀਡਰ ਹਮੇਸ਼ਾ ਹੀ ਕਰਦੇ ਆਏ ਹੈ। ਇਹ ਕਹਿੰਦੇ ਵੀ ਫਾਰਮ ਭੇਜ ਦਿੰਦੇ ਨੇ ਜਾਂ ਇਹਦਾ ਕਾਰਡ ਬਣਾ ਦਿਓ ਜੀ, ਸਮਾਨ ਜੋ ਵਿਚਾਰਾ ਨਹੀਂ ਬਣਾਉਂਦਾ ਤਾਂ ਗਲਾ ਖਾਂਦਾ, ਬਣਾਉਂਦਾ ਤੇ ਤਾਂ ਫਾਇਦਾ। ਹੁਣ ਦੇਖੋ ਗੱਲ ਤੇ ਇਹ ਹੈ ਵੀ ਜਿਨ੍ਹਾਂ ਨੇ ਮਾਲ ਖਾਧਾ ਗਰੀਬਾਂ ਦਾ, ਹੁਣ ਬਹੁਤ ਸਾਰੇ ਇਦਾਂ ਦੇ ਵੀ ਕੇਸ ਸਾਹਮਣੇ ਆਏ। ਅੱਜ ਵੀ ਮੈਂ ਕਿਸੇ ਪੜ੍ਹ ਰਿਹਾ ਸੀ ਵੀ 3 ਐਸੇ ਬੰਦਿਆਂ ਨੂੰ ਫੜਿਆ ਗਿਆ ਜਿਹੜੇ ਕਿ 1300 ਕਿਲੋ ਇਸ ਤਰ੍ਹਾਂ ਹੀ ਗਰੀਬਾਂ ਦਾ ਅਨਾਜ ਸੀਗਾ, ਕਿਤੇ ਭਿਉਣ ਡਿਆ ਸੀ ਤੇ ਪੁਲਿਸ ਨੇ ਛਾਪਾਮਾਰੀ ਕਰਕੇ ਫੜ ਲਿਆ। ਤੇ ਇਹਨਾਂ ਤੋਂ ਭਰਪਾਈ ਹੋਣੀ ਚਾਹੀਦੀ ਹੈ ਪੂਰੇ ਪੰਜਾਬ ਦੇ ਵਿੱਚ। ਅੰਮ੍ਰਿਤਸਰ ਦੇ ਵਿੱਚ ਵੀ ਬਹੁਤ 3 ਲੱਖ ਤੋਂ ਵੱਧ ਕਾਰਡ ਨੇ, ਕਈ ਵਾਰੀ ਵੈਰੀਫਿਕੇਸ਼ਨ ਹੋਈ ਹੈ। ਵੈਰੀਫਿਕੇਸ਼ਨ ਦੇ ਵਿੱਚ ਹਰ ਵਾਰਾਂ ਜਿਹੜੇ ਆ ਉਹ ਲੋਕ ਉਹ ਪਾਏ ਜਾਂਦੇ ਜਿਨ੍ਹਾਂ ਨੂੰ ਦੀ ਲੋੜ ਨਹੀਂ ਹੈ ਜੀ। ਤੇ ਸਰਕਾਰ ਨੂੰ ਬੇਸਿਕਲੀ ਮੈਂ ਅਸੀਂ ਤੇ ਪਹਿਲੇ ਵੀ ਵਾਰ-ਵਾਰ ਕਹਿ ਚੁੱਕੇ ਹਾਂ ਵੀ ਫ੍ਰੀ ਚੀਜ਼ਾਂ ਬੰਦ ਕਰਨੀਆਂ ਚਾਹੀਦੀਆਂ। ਕੰਮ ਉਹ ਕਰੇ ਸਰਕਾਰ ਜਿਹਦੇ ਨਾਲ
ਲੋਕਾਂ ਦਾ ਫਾਇਦਾ ਹੋਏ, ਵੀ ਲੋਕਾਂ ਨੂੰ ਕੁਛ ਨਾ ਕੁਛ ਜ਼ਰੂਰ ਮਿਲੇ, ਸਸਤੀ ਚੀਜ਼ ਕਰ ਦਿਓ, ਵੀ ਲੋਕਾਂ ਨੂੰ ਭਿੱਖ ਮੰਗੇ ਨਾ ਬਣਾਓ ਤੁਸੀਂ ਜੀ। ਜਿਹਨੂੰ ਮੁਫਤ ਰੋਟੀ ਮਿਲਦੀ ਹੈ, ਮੁਫਤ ਬੱਤੀ ਮਿਲਦੀ ਹੈ, ਉਹ ਕਿਉਂ ਕੰਮ ਕਰੇਗਾ? ਤੇ ਜਿਹਦਾ ਨੁਕਸਾਨ ਆਉਣ ਵਾਲੀ, ਹੁਣ ਭਾਵੇਂ ਤੁਹਾਨੂੰ ਨਹੀਂ ਨਜ਼ਰ ਆਉਂਦਾ, ਪਰ ਆਉਣ ਵਾਲੀ ਨਸਲਾਂ ਤੇ ਇਹਦਾ ਨੁਕਸਾਨ ਸਾਫ਼ ਦਿਖੇਗਾ। ਇਹ ਸਨ ਦੀਪਕ ਭੰਡਾਰੀ, ਜਿਨ੍ਹਾਂ ਨਾਲ ਅਸੀਂ ਅੱਜ ਦੇ ਮੁੱਦੇ ਤੇ ਗੱਲਬਾਤ ਕੀਤੀ। ਇਸੇ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੋਂ ਤੁਹਾਡੇ ਰੂਬਰੂ ਆਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਨਮਸਕਾਰ। ਨਮਸਕਾਰ, ਸਤਿ ਸ਼੍ਰੀ ਅਕਾਲ।